ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜ ਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਜਿਵੇਂ ਆਪ ਸਭ ਸਰੋਤੇ ਜਾਣਦੇ ਹੋ ਵੀ ਤੁਹਾਡੇ ਲਈ ਇੱਕ ਨਵਾਂ ਪ੍ਰੋਗਰਾਮ ਅਸੀਂ ਵਿਸ਼ੇਸ਼ ਪ੍ਰੋਗਰਾਮ ਚੋਣਾਂ ਦੇ ਸੰਬੰਧ ਦੇ ਵਿੱਚ ਸ਼ੁਰੂ ਕੀਤਾ ਆ, ਇਲੈਕਸ਼ਨ ਐਕਸਪ੍ਰੈਸ, ਜਿਸ ਦੇ ਵਿੱਚ ਵਿਸ਼ੇਸ਼ ਤੌਰ 'ਤੇ ਸਾਡੇ ਨਾਲ ਜੁੜਦੇ ਨੇ ਪੰਜਾਬ ਤੋਂ ਬਲਤੇਜ ਪੰਨੂ ਜੀ। ਉਹ ਅੱਜ ਇੱਕ ਵਾਰੀ ਫਿਰ ਸਾਡੇ ਨਾਲ ਜੁੜੇ ਨੇ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਔਰ ਤੁਹਾਨੂੰ ਔਰ ਸੁਣ ਰਹੇ ਸਾਰੇ ਲਿਸਨਰ ਜਿੱਥੇ ਵੀ ਸੁਣ ਰਹੇ ਨੇ, ਜਿਹੜੇ ਵੀ ਦੇਸ਼ ਦੇ ਵਿੱਚ ਇੰਟਰਨੈਟ ਦੇ ਰਾਹੀਂ ਵੀ ਬਹੁਤ ਜਗ੍ਹਾ ਤੇ ਸੁਣਿਆ ਜਾ ਰਿਹਾ ਜੀ ਤੁਹਾਡਾ ਪ੍ਰੋਗਰਾਮ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਇੱਥੋਂ ਪੰਜਾਬ ਤੋਂ, ਪਟਿਆਲੇ ਤੋਂ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਬਿਲਕੁਲ ਜੀ, ਆਪਾਂ ਜਿਹੜੀ ਅੱਜ ਦੀ ਜਿਹੜੀ ਗੱਲਬਾਤ ਆ, ਜਿਹੜੇ ਰਾਜਨੀਤਿਕ ਸਮੀਕਰਨ ਆ, ਉਹਨਾਂ ਦੇ ਉੱਤੇ ਗੱਲਬਾਤ ਸ਼ੁਰੂ ਕਰਦੇ ਹਾਂ। ਇਸ ਟਾਈਮ ਪੰਜਾਬ ਦੇ ਵਿੱਚ ਕਹਿੰਦੇ ਆ ਜੀ ਕਾਲੀਆਂ ਝੰਡੀਆਂ ਦਾ ਜਿਹੜਾ ਦੌਰ ਆਇਆ ਪਿਆ ਆ। ਪਿਛਲੇ ਦਿਨਾਂ ਦੇ ਵਿੱਚ ਕਿਰਨ ਖੇਰ ਨੂੰ ਜਿਹੜੀ ਕਾਲੀਆਂ ਝੰਡੀਆਂ ਦਾ ਸਾਹਮਣਾ ਕਰਨਾ ਪਿਆ, ਅਤੇ ਇਸ ਟਾਈਮ ਹੋਰ ਕਿਹੜੇ ਕਿਹੜੇ ਨੇਤਾ ਆ ਜਿਨ੍ਹਾਂ ਨੂੰ ਕਾਲੀਆਂ ਝੰਡੀਆਂ ਜਿਹੜੀਆਂ ਉਹ ਦਿਖ ਰਹੀਆਂ? ਇਹ ਦੀ ਕਿ ਕਾਲੀਆਂ ਝੰਡੀਆਂ ਤਾਂ ਕਾਫੀ ਦਿਖ ਰਹੀਆਂ ਨੇ, ਪਰ ਇੱਥੇ ਪੰਜਾਬ ਦਾ ਜਿਹੜਾ ਮੀਡੀਆ ਹੈ ਨਾ ਜੀ, ਉਹ ਬਹੁਤਾ ਇਹਦੇ ਉੱਤੇ ਕਵਰ ਨਹੀਂ ਕਰ ਰਿਹਾ। ਉਹਦਾ ਰੀਜ਼ਨ ਇਹ ਹੈ ਜੀ ਕਿ ਜਿਹੜੀ ਬਹੁਤੀ ਟੇਕ ਹੈ ਉਹ ਇਸ਼ਤਿਹਾਰਾਂ ਦੇ ਉੱਤੇ ਹੈ। ਸਿੱਧਮ ਸਿੱਧੀ ਜੀ ਜਿਹੜੀ ਧਮਕੀ ਆ ਉਹ ਦੇ ਦਿੱਤੀ ਜਾਂਦੀ ਹੈ ਵੀ ਇਸ਼ਤਿਹਾਰ ਜਿਹੜੇ ਆ ਤੁਹਾਡੇ ਅਖਬਾਰ ਨੂੰ ਚਾਹੀਦੇ ਨੇ ਜਾਂ ਨਹੀਂ। ਕਿਰਨ ਖੇਰ ਵਾਲੀ ਜਿਹੜੀ ਕਾਲੀਆਂ ਝੰਡੀਆਂ ਵਾਲੀ ਖਬਰ ਸੀ ਉਹ ਜ਼ਰੂਰ ਛਾਇਆ ਹੋ ਗਈ ਕਿ ਕਿਰਨ ਖੇਰ ਵਾਪਸ ਜਾਓ ਦੇ ਨਾਅਰਿਆਂ ਦੇ ਨਾਲ ਕਾਲੀਆਂ ਝੰਡੀਆਂ ਦਾ ਸਾਹਮਣਾ ਕਰਨਾ ਪਿਆ ਜੀ। ਸੱਤਾਧਾਰੀ ਧਿਰ ਜੀ, ਉਹਦੇ ਇਸ ਵੇਲੇ ਕਾਲੀਆਂ ਝੰਡੀਆਂ ਜਿਹੜੀਆਂ ਸਭ ਤੋਂ ਜ਼ਿਆਦਾ ਦਿਖਾਈਆਂ ਜਾ ਰਹੀਆਂ ਨੇ। ਬੀਬੀ ਪਰਮਜੀਤ ਕੌਰ ਗੁਲਸ਼ਨ, ਜਿਹੜੇ ਕਿ ਫਰੀਦਕੋਟ ਤੋਂ ਚੋਣ ਲੜ ਰਹੇ ਨੇ, ਉਹਨਾਂ ਦੇ ਦਫ਼ਤਰ ਦਾ ਉਦਘਾਟਨ ਕਰਨ ਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਜੀ ਸੁਪਰੀਮੋ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ ਫਰੀਦਕੋਟ ਦੇ ਵਿੱਚ ਗਏ। ਫਰੀਦਕੋਟ ਦੇ ਵਿੱਚ ਕਾਲੀਆਂ ਝੰਡੀਆਂ ਜਿਹੜੀਆਂ ਸੀ ਕਾਫੀ ਦਿਖਾਈਆਂ ਗਈਆਂ। ਪਰਮਜੀਤ ਕੌਰ ਗੁਲਸ਼ਨ ਨੂੰ ਇਹ ਆਖਿਆ ਗਿਆ ਕਿ ਇਹ ਬੀਬੀ ਉਦੋਂ ਕਿੱਥੇ ਸੀ ਜਦੋਂ ਨਿਸ਼ਾਨ, ਇੱਕ ਗੁੰਡਾ ਜਿਹੜਾ ਸੀਗਾ, ਉਹ ਇੱਥੋਂ ਦੀ ਧੀ ਨੂੰ ਚੁੱਕ ਕੇ ਲੈ ਗਿਆ। ਮਹੀਨਾ ਤੱਕ ਉਹ ਪੁਲਿਸ ਦੇ ਕਾਬੂ ਨਹੀਂ ਆਇਆ, ਜਿੰਨੀ ਦੇਰ ਤੱਕ ਫਰੀਦਕੋਟ ਵਾਲਿਆਂ ਨੇ ਸਾਰੇ ਸਿਆਸਤਦਾਨਾਂ ਦਾ ਸ਼ਹਿਰ ਦੇ ਵਿੱਚ ਵੜਨਾ ਬੰਦ ਕਰ ਦਿੱਤਾ। ਇਹ ਝੰਡੀਆਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੀ ਜਿਹੜੀਆਂ ਦਿਖਾਈਆਂ ਗਈਆਂ, ਭਾਵ ਕਿ ਫਰੀਦਕੋਟ ਦੇ ਵਿੱਚ ਇੱਕ ਵਾਰੀ ਫਿਰ ਨਿਸ਼ਾਨ ਜਿਹੜਾ ਕਾਰਡ ਹੈ ਉਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਗੂੰਜੂਗਾ। ਅਗਲੀਆਂ ਜਿਹੜੀਆਂ ਕਾਲੀਆਂ ਝੰਡੀਆਂ ਸੀ ਉਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵਿਖਾਈਆਂ ਬਠਿੰਡੇ ਦੇ ਵਿੱਚ, ਔਰ ਇਹ ਆਖਿਆ ਗਿਆ ਕਿ ਹਰਸਿਮਰਤ ਕੌਰ ਬਾਦਲ ਹੋਰੀ ਜਿਹੜੇ ਨੇ ਉਹ ਨੰਨੀ ਛਾਂ ਦਾ ਡਰਾਮਾ ਹੀ ਕਰਦੇ ਨੇ, ਜਦੋਂ ਕਿ ਉਹਨਾਂ ਦੇ ਸ਼ਹਿਰ ਬਠਿੰਡੇ ਦੇ ਵਿੱਚ ਇੱਕ ਨੰਨੀ ਛਾਂ ਜਿਹੜੀ ਆ ਸੰਘਰਸ਼ ਕਰ ਰਹੇ ਜਿਹੜੇ ਲੋਕ ਨੇ, ਉਹਨਾਂ ਦੀ ਇੱਕ ਧੀ ਜਿਹੜੀ ਸੀ ਉਹ ਠੰਡ ਕਾਰਨ ਮਾਰੀ ਗਈ ਸੀ, ਸਾਰਿਆਂ ਨੂੰ ਪਤਾ ਹੈ। ਇਸ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਵੀ ਕਾਲੀਆਂ ਝੰਡੀਆਂ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪਿਆ ਜੀ। ਬਠਿੰਡੇ ਦੇ ਵਿੱਚ ਜਿਹੜੀ ਸਥਿਤੀ ਹੈ ਨਾ ਜੀ, ਉਹ ਥੋੜੀ ਜਿਹੀ ਮੈਂ ਨਾਲ ਦੀ ਨਾਲ ਕਵਰ ਕਰਦਾ ਜਾਵਾਂ ਕਿ ਉਹ ਹੋ ਸਕਦਾ ਹੈ ਅੱਜ ਇਹਦਾ ਐਲਾਨ ਹੋਣ ਦੀ ਸੰਭਾਵਨਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉੱਥੋਂ ਜਿਹੜੀਆਂ 17 ਜਥੇਬੰਦੀਆਂ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ, ਹਾਲਾਂਕਿ ਇਹ ਕਨਫਰਮ ਨਹੀਂ ਖਬਰਾਂ, ਪਰ ਇਹ ਜਿਹੜੇ ਅੰਦਰੂਨੀ ਸੂਤਰ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਤੋਂ ਥੋੜੀ ਜਿਹੜੀ ਖਬਰ ਪਤਾ ਲੱਗ ਰਹੀ ਹੈ ਕਿ ਉਹ ਕੰਸੀਡਰ ਕਰ ਰਹੇ ਨੇ ਇਸ ਗੱਲ ਦੇ ਵਾਸਤੇ ਕਿ 17 ਜਿਹੜੀਆਂ ਜਥੇਬੰਦੀਆਂ ਸੰਘਰਸ਼ਸ਼ੀਲ ਨੇ, ਕਈ ਮਹੀਨਿਆਂ ਤੋਂ ਜਿਹੜੀਆਂ ਉੱਥੇ ਸੰਘਰਸ਼ ਕਰ ਰਹੀਆਂ ਨੇ, ਉਹਨਾਂ ਨੂੰ ਟਿਕਟ ਜਿਹੜੀ ਹੈ ਬਠਿੰਡੇ ਦੀ ਦਿੱਤੀ ਜਾਵੇ। ਔਰ ਉਹਨਾਂ ਨੂੰ ਇਹ ਆਖਿਆ ਗਿਆ ਕਿ ਇੱਕ ਬੰਦਾ ਜਿਹੜਾ ਤੁਸੀਂ ਆਪਣੇ ਵਿੱਚੋਂ ਚੁਣ ਲਓ। ਉਹਨਾਂ ਦੇ ਵੱਲੋਂ ਬੰਦਾ ਜਿਹੜਾ ਜੀ ਉਹ ਚੁਣ ਕੇ ਦੇ ਦਿੱਤਾ ਗਿਆ। ਉਹ ਇੱਕ ਨੌਜਵਾਨ ਹੈ ਗੁਰਸਿੱਖ, ਜਿਹੜਾ ਕਿ ਲੰਮੇ ਸਮੇਂ ਤੋਂ ਇਹਨਾਂ ਦੀ ਅਗਵਾਈ ਕਰ ਰਿਹਾ ਹੈ। ਉਹਦੇ ਡਾਂਗਾਂ ਦੇ ਨਾਲ ਮੋਢੇ ਦੇ ਉੱਤੇ ਟਾਂਕੇ ਵੀ ਲੱਗੇ ਹੋਏ ਨੇ। ਜੇ ਇਹ ਸੀਟ ਜਿਹੜੀ ਆ ਇਹਨਾਂ ਸੰਘਰਸ਼ਸ਼ੀਲ ਜਿਹੜੇ ਬੇਰੁਜ਼ਗਾਰ ਯੂਨੀਅਨਸ ਨੇ ਉਹਨਾਂ ਨੂੰ ਮਿਲਦੀ ਹੈ ਤਾਂ ਇੱਕ ਨਿਵੇਕਲੀ ਦੀ ਕੋਸ਼ਿਸ਼ ਜਿਹੜੀ ਆ ਆਮ ਆਦਮੀ ਪਾਰਟੀ ਦੀ ਹੋਊਗੀ। 45 ਲੱਖ ਬੰਦਾ ਜਿਹੜਾ ਬੇਰੁਜ਼ਗਾਰ ਹੈ ਪੰਜਾਬ ਦੇ ਵਿੱਚ, ਉਹਦੇ ਨਾਲ ਪੰਜਾਬ ਦੀਆਂ ਸਾਰੀਆਂ ਸੀਟਾਂ ਦੇ ਉੱਤੇ ਸਮੀਕਰਨ ਜਿਹੜੇ ਨੇ ਉਹ ਬਦਲ ਜਾਣਗੇ। ਮੈਂ ਤਾਂ ਇਹ ਕਹੂੰਗਾ ਟੈਂਕੀਆਂ ਤੇ ਟਾਂਕਿਆਂ ਵਾਲੀ ਜਿਹੜੀ ਟਿਕਟ ਹੈ ਉਹ ਪਹਿਲੀ ਵਾਰੀ ਮਿਲੂਗੀ। ਸਰਕਾਰ ਤਾਂ ਉਹਨਾਂ ਨੂੰ ਰੁਜ਼ਗਾਰ ਨਹੀਂ ਦੇ ਰਹੀ। ਇੱਕ ਪਾਰਟੀ ਉਹ ਹੈ ਜਿਹੜੀ ਕਹਿੰਦੀ ਅਸੀਂ ਤੁਹਾਨੂੰ ਟਿਕਟ ਦੇਣ ਨੂੰ ਤਿਆਰ ਹੈ। ਜੇ ਇਹ ਫਾਈਨਲ ਹੋ ਜਾਂਦੀ ਹੈ ਤਾਂ ਆਈ ਥਿੰਕ ਇਹ ਬਿਲਕੁਲ ਇੱਕ ਡਿਫਰੈਂਟ ਟਾਈਪ ਦੀ ਲੜਾਈ ਜਿਹੜੀ ਹੈ ਉਹ ਬਠਿੰਡੇ ਦੇ ਵਿੱਚ ਬਣ ਜਾਊਗੀ, ਕਿਉਂਕਿ ਬਹੁਤ ਸਾਰੇ ਮਹੀਨਿਆਂ ਤੋਂ ਇਹ 17 ਬੇਰੁਜ਼ਗਾਰ ਯੂਨੀਅਨ ਜਿਹੜੀਆਂ ਨੇ ਉਹ ਬਠਿੰਡੇ ਦੇ ਵਿੱਚ ਸੰਘਰਸ਼ ਕਰ ਰਹੀਆਂ ਨੇ ਜੀ। ਬਿਲਕੁਲ। ਅਤੇ ਤੁਸੀਂ ਜਿਹੜੇ ਆ ਬਲਤੇਜ ਮੰਨੂ ਜੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਵੀ ਮੀਡੀਆ ਆ ਉਹਨਾਂ ਨੂੰ ਇਸ਼ਤਿਹਾਰਾਂ ਦੀ ਜਿਹੜੀ ਬਹੁਤ ਜ਼ਿਆਦਾ ਲੋੜ ਆ, ਅਤੇ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਭਾਰਤ ਦਾ ਜਿਹੜਾ ਮੀਡੀਆ, ਪੰਜਾਬ ਦਾ ਮੀਡੀਆ ਆ, ਉਹਦਾ ਕੀ ਰੋਲ ਅਦਾ ਹੋਵੇਗਾ? ਅਤੇ ਖਾਸ ਕਰਕੇ ਨਾਲ ਜਿਹੜੇ NRI ਮੀਡੀਆ ਆ ਉਸ ਦੇ ਬਾਰੇ ਵੀ ਦੱਸਿਓ, ਕਿਉਂਕਿ ਇੱਥੇ ਜਿਹੜੀ ਹੈ ਇੱਕ ਜ਼ਰੂਰ ਸੱਚ ਦੀ ਆਵਾਜ਼ ਉਹ ਸਾਹਮਣੇ ਲਿਆਉਣ ਦੀ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਹਾਂ, ਅਤੇ ਇਹਨਾਂ ਦੋਨਾਂ ਮੀਡੀਆ ਦੇ ਉੱਤੇ ਜ਼ਰੂਰ ਨਿਗਾਹ ਮਾਰਿਓ। ਇੱਕ ਤਾਂ ਜੀ ਜਿਹੜਾ
ਜਿਹੜੀਆਂ ਪੰਜਾਬ ਦੀਆਂ ਅਖਬਾਰਾਂ ਨੇ ਨਾ, ਮੈਂ ਨਹੀਂ ਇਹ ਕਹਿੰਦਾ ਕਿ ਉਹਨਾਂ ਦਾ ਰੋਲ ਮੰਨਫੀ ਹੋ ਗਿਆ, ਪਰ ਮੰਨਫੀ ਹੋਣ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਜੀ। ਜਿਹੜਾ ਆਮ ਬੰਦਾ ਹੈ ਨਾ ਜੀ, ਉਹ ਇੱਕ ਪੱਤਰਕਾਰ ਦੇ ਰੂਪ ਦੇ ਵਿੱਚ ਵਿਚਰਨਾ ਸ਼ੁਰੂ ਹੋ ਗਿਆ, ਜਿਹਦੇ ਕੋਲੇ ਫੋਨ ਹੈ। ਮੈਂ ਇੱਥੇ ਸੰਗਰੂਰ ਵਾਲੀ ਸੀਟ ਦੇ ਉੱਤੇ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਦੇਖਿਆ ਜੀ, ਜਿਸ ਕਿਸਮ ਦਾ ਪਿੰਡਾਂ ਦੇ ਵਿੱਚ ਹੁੰਗਾਰਾ ਜਿਹੜਾ ਹੈ ਉਹ ਝਾੜੂ ਨੂੰ ਮਿਲ ਰਿਹਾ, ਮੈਂ ਤੁਹਾਨੂੰ ਰਿਐਲਿਟੀ ਦੱਸ ਰਿਹਾ ਉੱਥੋਂ ਦੀ, ਉਹ ਕਿਸੇ ਜਗ੍ਹਾ ਦੇ ਉੱਤੇ ਇੱਥੇ ਕਵਰ ਨਹੀਂ ਹੋ ਰਿਹਾ। ਪਰ ਉਹਦਾ ਦੂਜਾ ਪੱਖ ਇਹ ਹੈ ਕਿ ਤੁਸੀਂ YouTube ਦੇ ਉੱਤੇ ਤੁਸੀਂ ਚਲੇ ਜਾਓ, Facebook ਦੇ ਉੱਤੇ, Twitter ਦੇ ਉੱਤੇ ਤੁਸੀਂ ਦੇਖੋ ਤਾਂ ਉੱਥੇ ਹੜ ਆਇਆ ਪਿਆ ਉਹਨਾਂ ਖਬਰਾਂ ਦਾ। ਉਹ ਕਿਸੇ ਪੱਤਰਕਾਰ ਦੀਆਂ ਪਾਈਆਂ ਹੋਈਆਂ ਖਬਰਾਂ ਨਹੀਂ, ਉਹ ਆਮ ਲੋਕਾਂ ਦੀਆਂ ਜਿਹੜੀਆਂ ਪਾਈਆਂ ਹੋਈਆਂ ਖਬਰਾਂ ਨੇ। ਇਸ ਕਰਕੇ ਜਿਹੜੀਆਂ ਅਖਬਾਰਾਂ ਨੇ ਉਹਨਾਂ ਨੂੰ ਆਪਣਾ ਹੁਣ ਰੋਲ ਜਿਹੜਾ ਜੀ ਉਹ ਜ਼ਿਆਦਾ ਨੇੜੇ ਤੋਂ ਵੇਖਣਾ ਪਊਗਾ ਪੰਜਾਬ ਵਾਲੀਆਂ ਨੂੰ, ਕਿ ਇਹ ਅਕਸਰ ਜਿਹੜੀਆਂ ਪੰਜਾਬੀ ਅਖਬਾਰਾਂ ਨੇ ਨਾ, ਇਹ ਦੋਸ਼ ਲਾ ਦਿੰਦੀਆਂ ਨੇ। ਇੱਥੇ ਤਾਂ ਜੀ ਹਿੰਦੀ ਮੀਡੀਆ ਆ ਗਿਆ, ਪੰਜਾਬੀ ਅਖਬਾਰਾਂ ਦੇ ਪਾਠਕ ਜਿਹੜੇ ਨੇ ਉਹ ਘਟ ਗਏ। ਪਾਠਕ ਕਿੱਥੋਂ ਰਹਿਣਗੇ ਜਦੋਂ ਵਿਸ਼ਵਾਸ ਹੀ ਜਿਹੜਾ ਲੋਕਾਂ ਦਾ ਉਹ ਅਖਬਾਰਾਂ ਤੋਂ ਉੱਠਦਾ ਜਾ ਰਿਹਾ ਇੱਕ ਕਿਸਮ ਦੇ ਨਾਲ। ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈ ਉਹ ਤਾਂ ਜਿਹੜੇ ਕਾਰਪੋਰੇਟ ਘਰਾਣੇ ਨੇ ਜਿਹੜੇ, ਉਹ ਉਹਨਾਂ ਦੇ ਪਪੇਟ ਬਣ ਗਿਆ ਜੀ। ਜਿੰਨਾ ਉਹਨਾਂ ਨੂੰ ਪੈਸਾ ਇਸ ਵੇਲੇ ਚੜਾਇਆ ਗਿਆ ਇਹਨਾਂ ਕਾਰਪੋਰੇਟ ਅਦਾਰਿਆਂ ਦੇ ਵੱਲੋਂ, ਉਹ ਤਾਂ ਉਹਨਾਂ ਦੇ ਕਹਿਣ ਦੇ ਉੱਤੇ ਬਹੁ ਕਰਦੇ ਨੇ ਕਿ ਕਿਹਨੂੰ ਪਿਆ। ਚੈਨਲ ਵੇਖ ਕੇ 2 ਮਿੰਟਾਂ ਦੇ ਵਿੱਚ ਤੁਸੀਂ ਇਹ ਗੱਲ ਸਮਝ ਸਕਦੇ ਹੋ, ਜਿਹੜਾ ਬੰਦਾ ਜਾਣਦਾ ਅੰਦਰੂਨੀ ਗੱਲ, ਕਿ ਇਹ ਇਸ ਵੇਲੇ ਚੈਨਲ ਕਿਹਦੇ ਤੋਂ ਪੈਸੇ ਲੈ ਕੇ ਕਿਹੋ ਜੀ ਖਬਰ ਜਿਹੜੀ ਹੈ ਉਹ ਦੇ ਰਿਹਾ। ਜਿੱਥੋਂ ਤੱਕ NRI ਮੀਡੀਆ ਦੀ ਗੱਲ ਹੈ, ਜਿਹੜਾ NRI ਸੰਮੇਲਨ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਇੱਕ ਦਾਣਾ ਸੁੱਟਿਆ ਗਿਆ ਸੀਗਾ ਨਾ ਜੀ, ਕਿ ਅਸੀਂ ਹੁਣ ਐਡਾਂ ਜਿਹੜੀਆਂ ਨੇ ਉਹ ਬਾਹਰ ਵਾਲੇ ਮੀਡੀਆ ਨੂੰ ਵੀ ਦੇਣੀਆਂ ਨੇ, ਬਾਹਰ ਵਾਲੇ ਇਲੈਕਟ੍ਰੋਨਿਕ ਮੀਡੀਆ ਨੂੰ ਵੀ ਦੇਣੀਆਂ ਨੇ, ਬਾਹਰ ਵਾਲੀਆਂ ਅਖਬਾਰਾਂ ਨੂੰ ਵੀ ਦੇਣੀਆਂ ਨੇ। ਲੱਗਦਾ ਹੈ ਕਿ ਉਹ ਦਾਣਾ ਭੁੱਜਿਆ ਹੋਇਆ ਸੀ ਪਰ ਉੱਗ ਪਿਆ ਬਾਹਰ ਵੀ, ਜਿਹਦੇ ਕਰਕੇ ਬਹੁਤਾ ਜਿਹੜਾ ਮੀਡੀਆ ਹੈ ਨਾ ਜੀ, ਉਹ ਝਾਕ ਰੱਖਣ ਲੱਗ ਗਿਆ ਕਿ ਸ਼ਾਇਦ ਸਾਨੂੰ ਇੱਧਰੋਂ ਜਿਹੜੀਆਂ ਕੁਝ ਐਡਾਂ ਜਿਹੜੀਆਂ ਨੇ ਉਹ ਆ ਜਾਣੀਆਂ ਨੇ। ਇਸ ਗੱਲ ਨੂੰ ਭੁੱਲ ਕੇ ਕਿ ਜਿਹੜੇ ਬਾਹਰ ਲਿਸਨਰ ਨੇ, ਜਿਹੜੇ ਤੁਹਾਡੇ ਪ੍ਰੋਗਰਾਮ ਦੇ ਲਿਸਨਰ ਨੇ, ਜਿਹੜੀ ਐਡਵਰਟਾਈਜ਼ਮੈਂਟ ਤੁਸੀਂ ਕਰਦੇ ਹੋ, ਜਿਹੜੇ ਐਡਵਰਟਾਈਜ਼ਰ ਨੇ, ਉਹਨਾਂ ਨੂੰ ਰਿਸਪੌਂਸ ਉਹਨਾਂ ਲਿਸਨਰ ਨੇ ਦੇਣਾ। ਪੰਜਾਬ ਸਰਕਾਰ ਜਿਹੜੀ ਐਡ ਆ ਉਹ ਕਿੰਨੀ ਕੁ ਦੇ ਸਕਦੀ ਹੈ NRI ਮੀਡੀਆ ਨੂੰ? 2.5 ਲੱਖ ਦੀ, 4 ਲੱਖ ਦੀ, 5 ਲੱਖ, 7 ਲੱਖ ਦੀ ਹੱਦ, ਇਸ ਤੋਂ ਵੱਧ ਤਾਂ ਨਹੀਂ ਦੇਣ ਲੱਗੀ। ਉਹਨੂੰ ਡਾਲਰਾਂ 'ਚ ਕਨਵਰਟ ਕਰਦੇ, ਉਹ ਕਿਤੇ ਕਿੰਨੀ ਕੁ ਜਿਹੜੀ ਆ ਉਹ ਬਣ ਜਾਣੀ ਆ। ਪਰ ਜਿਹਨੂੰ ਕਹਿੰਦੇ ਨੇ ਨਾ, ਇੱਕ ਮਾੜਾ ਲਫ਼ਜ਼ ਆ, ਮੈਂ ਪਹਿਲਾਂ ਮਾਫੀ ਮੰਗ ਲਵਾਂ, ਕੁੱਤੇ ਝਾਕ ਜਿਹੜੀ ਜੀ ਤਕਰੀਬਨ ਲਾ ਦਿੱਤੀ ਹੈ ਜੀ ਬਾਹਰ ਵਾਲੇ ਮੀਡੀਆ ਨੂੰ। ਸੋ ਉਹਨਾਂ ਦਾ ਵੀ ਜਿਹੜਾ ਆ ਇਹ ਵੀ ਹੁਣ ਦੇਖਣਾ ਹੋਵੇਗਾ ਵੀ ਆਉਣ ਵਾਲੇ ਦਿਨਾਂ 'ਚ ਉਹ ਕਿਸ ਤਰੀਕੇ ਦੇ ਨਾਲ ਉਹ ਭੁਗਤਦੇ ਆ। ਤੇ ਅਗਲੀ ਜਿਹੜੀ ਆਪਾਂ ਹੁਣ ਗੱਲਬਾਤ ਕਰਦੇ ਹਾਂ, ਮਨਪ੍ਰੀਤ ਬਾਦਲ ਹੋਣਾ ਵੱਲੋਂ ਪੁੱਤ ਬਚਾਓ ਮੁਹਿੰਮ ਇੱਕ ਜਿਹੜੀ ਚੱਲ ਰਹੀ ਸੀ, ਉਹ ਕਹਿੰਦੇ ਆ ਜੀ ਖਤਮ ਹੋ ਗਈ ਆ। ਇਸ ਦੇ ਉੱਤੇ ਕੀ ਚੱਲ ਰਿਹਾ? ਮਨਪ੍ਰੀਤ ਬਾਦਲ ਹੋਰੀ ਪਹਿਲੀ ਤਾਂ ਗੱਲ ਦੀ, ਜਿਹੜੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋ ਗਈਆਂ, ਠੀਕ ਹੈ, ਉਹਨਾਂ ਨੂੰ ਬਿਲਕੁਲ ਸਹਿਯੋਗ ਨਹੀਂ ਮਿਲਿਆ, ਪਰ ਉਹ ਐਡੇ ਸਦਮੇ 'ਚ ਚਲੇ ਗਏ ਕਿ ਪੰਜਾਬ ਦੇ ਕਿੰਨੇ ਅਹਿਮ ਮਸਲੇ ਜਿਹੜੇ ਹੋ ਨਿਬੜੇ ਉਹ ਘੱਟ ਹੀ ਦਿਸੇ ਬਹੁਤੀਆਂ ਥਾਵਾਂ ਦੇ ਉੱਤੇ, ਅੰਦਰ ਹੀ ਰਹੇ। ਹਾਂ, ਹੁਣ ਇੰਨਾ ਜ਼ਰੂਰ ਹੈ, ਕਾਂਗਰਸ ਦੇ ਨਾਲ ਉਹਨਾਂ ਦਾ ਗੱਠਜੋੜ ਹੋ ਗਿਆ। ਬਠਿੰਡੇ ਦੇ ਵਿੱਚ ਉਹਨਾਂ ਦੀ ਸਰਗਰਮੀ ਜਿਹੜੀ ਹੈ ਜੀ ਉਹ ਦੀਦੀ ਆ। ਜਗਦੀਸ਼ ਭੋਲੇ ਨੇ ਜਿਹੜੇ ਖੁਲਾਸੇ ਕੀਤੇ ਸੀਗੇ, ਉਦੋਂ ਬਾਅਦ PPP ਨੇ ਪੰਜਾਬ ਦੇ ਵਿੱਚ ਇੱਕ ਪੁੱਤ ਬਚਾਓ ਮੁਹਿੰਮ ਸ਼ੁਰੂ ਕੀਤੀ ਸੀ ਬੜੇ ਜੋਸ਼ੋ ਖਰੋਸ਼ ਦੇ ਨਾਲ। ਇਹ ਆਖਿਆ ਸੀ ਕਿ 23 ਮਾਰਚ ਨੂੰ ਅਸੀਂ ਖੁਲਾਸਾ ਜਿਹੜਾ ਜੀ ਕਰਾਂਗੇ ਕਿ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ, ਕਿਹੜੇ ਪਿੰਡ ਦੇ ਵਿੱਚ ਕਿੰਨੇ ਪੁੱਤ ਜਿਹੜੇ ਨੇ ਉਹ ਨਸ਼ੇ ਦੇ ਨਾਲ ਇਸ ਦੁਨੀਆ ਤੋਂ ਤੁਰ ਗਏ ਨੇ। ਕਿਉਂਕਿ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਮੈਂ ਸਮਝਦਾ ਕਿ ਮੁੱਦਾ ਜਿਹੜਾ ਪੰਜਾਬ ਦਾ ਹੈ ਉਹ ਡਰੱਗ ਵਾਲਾ ਹੈ, ਡਰੱਗ ਮਾਫੀਏ ਦਾ ਹੈ। ਕਿ ਉਹਦੀਆਂ ਜੜ੍ਹਾਂ ਜਿਹੜੀਆਂ ਨੇ ਇੰਨੀਆਂ ਜ਼ਿਆਦਾ ਹੋ ਗਈਆਂ ਨੇ ਕਿ ਉਹ ਵਿਦੇਸ਼ਾਂ ਤੱਕ ਫੈਲ ਗਈਆਂ ਨੇ। ਪਹਿਲਾਂ ਤਾਂ ਜਿਵੇਂ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਇੱਥੋਂ ਜਿਹੜਾ ਮੀਡੀਆ ਨੂੰ ਕਿਵੇਂ ਕੰਟਰੋਲ ਕੀਤਾ ਜਾਂਦਾ, ਹੁਣ ਉੱਥੇ ਵੀ ਜਿਹੜਾ ਕੰਟਰੋਲ ਹੋ ਰਿਹਾ, ਭਾਵ ਕਿ ਉਹ ਲੋਕ ਇੰਨੇ ਜਿਹੜੇ ਵੱਧ ਗਏ ਨੇ। ਔਰ ਇਹਨੂੰ ਲੈ ਕੇ ਲੋਕਾਂ ਦਾ ਹੁੰਗਾਰਾ ਵੀ ਕਾਫੀ ਪਿੰਡਾਂ ਦੇ ਵਿੱਚ PPP ਨੂੰ ਜਿਹੜਾ ਮਿਲਣਾ ਸ਼ੁਰੂ ਹੋਇਆ ਸੀ। ਇਹਦੇ ਵਿੱਚ ਭਗਵੰਤ ਮਾਨ ਹੋਰਾਂ ਦਾ ਕਾਫੀ ਰੋਲ ਸੀਗਾ, ਉਹਨਾਂ ਨੇ ਬੜੀ ਜ਼ੋਰਦਾਰ ਤਰੀਕੇ ਨਾਲ ਇਹ ਮੁਹਿੰਮ ਵਿੱਢੀ ਸੀ। ਪਰ ਉਹ ਕਿਉਂਕਿ ਮਨਪ੍ਰੀਤ ਬਾਦਲ ਹੋਰਾਂ ਦੇ ਕਾਂਗਰਸ ਜਾਣ ਕਰਕੇ ਉਹ ਉਹਨਾਂ ਨੂੰ ਛੱਡ ਗਏ, ਉਹ ਆਮ ਆਦਮੀ ਪਾਰਟੀ ਚਲੇ ਗਏ ਤੇ PPP ਨੇ ਉਹ ਮੁਹਿੰਮ ਜਿਹੜੀ ਜੀ ਵਿੱਚ ਵਿਚਾਲੇ ਹੀ ਛੱਡ ਦਿੱਤੀ। ਮਨਪ੍ਰੀਤ ਸਿੰਘ ਬਾਦਲ ਹੋਰੀ 23 ਤਰੀਕ ਨੂੰ ਕਿਹੜਾ ਖੁਲਾਸਾ ਕਰਨਗੇ ਇਹਦਾ ਕੁਝ ਵੀ ਜਿਹੜਾ ਪਤਾ ਨਹੀਂ। ਹਾਲਾਂਕਿ PPP ਦੇ ਜਿਹੜੇ ਬੁਲਾਰੇ ਨੇ ਨਵਜੋਤ ਸਿੰਘ ਦਾਹੀਆ, ਉਹ ਕਹਿੰਦੇ ਨੇ ਕਿ ਅਸੀਂ 18 ਜ਼ਿਲ੍ਹਿਆਂ ਦੀ ਰਿਪੋਰਟ ਜਿਹੜੀ ਆ ਉਹ ਤਿਆਰ ਕਰ ਲਈ ਹੈ, ਪਰ ਰਿਐਲਿਟੀ ਇਹ ਹੈ 9 ਜ਼ਿਲ੍ਹਿਆਂ ਤੋਂ ਬਾਅਦ PPP ਨੇ ਇਹ ਮੁਹਿੰਮ ਜਿਹੜੀ ਹੈ ਜੀ ਉਹ ਠੰਡੇ ਬਸਤੇ 'ਚ ਪਾ ਦਿੱਤੀ ਹੈ ਕਿ ਪੁੱਤ ਜਿਹੜੇ ਨੇ ਉਹ ਬਚਾ ਲਏ ਗਏ ਨੇ ਜਾਂ ਜਿਹੜੇ ਕਿੰਨੀ ਡਾਟਾ ਜਿਹੜਾ ਜੀ PPP ਦੇ ਕੋਲੇ ਆਇਆ। 3 ਦਿਨ ਰਹਿ ਗਏ, ਉਹਦੇ ਦੌਰਾਨ ਦੇਖ ਲਈਏ ਕਿ 23 ਤਰੀਕ ਨੂੰ ਕਿੰਨਾ ਖੁਲਾਸਾ ਹੁੰਦਾ। ਪਰ ਕਿਸੇ ਜਗ੍ਹਾ ਦੇ ਉੱਤੇ, ਹੁਣ ਕਿਸੇ ਪਿੰਡ ਦੇ ਵਿੱਚ, ਕਿਸੇ ਸ਼ਹਿਰ ਦੇ ਵਿੱਚ ਇਹ ਮੁਹਿੰਮ ਜਿਹੜੀ ਹੈ ਜੀ ਪਿਛਲੇ 2 ਹਫ਼ਤਿਆਂ ਤੋਂ ਮੁਕੰਮਲ ਰੂਪ ਦੇ ਵਿੱਚ ਠੱਪ ਪਈ ਹੈ।
ਜੀ ਬਿਲਕੁਲ। ਤੇ ਹੁਣ ਜਿਹੜੀ ਆਪਾਂ ਅਗਲੀ ਗੱਲ ਕਰਦੇ ਹਾਂ, ਜਿਹੜੇ ਰਾਸ਼ਟਰ ਲੈਵਲ ਤੇ ਭਾਰਤ ਦੇ ਮੇਨ ਲੈਵਲ ਤੇ ਬੀਜੇਪੀ ਦੇ ਵੱਲੋਂ ਵੱਡੇ ਜਿਹੜੇ ਨਾਮ ਹੈ ਇਸ ਟਾਈਮ ਉਹ ਸਾਹਮਣੇ ਆ ਰਹੇ ਆ ਵੀ ਕੌਣ ਕਿਹੜੀ ਜਗ੍ਹਾ ਦੇ ਉੱਤੋਂ ਲੜੇਗਾ, ਉਸ ਦੇ ਉੱਤੇ ਇਸ ਟਾਈਮ ਕੀ ਸਮੀਕਰਨ ਬਣ ਰਿਹਾ? ਇੱਕ ਤਾਂ ਜੀ ਮਥੁਰਾ ਤੋਂ ਜਿਹੜੀ ਹੇਮਾ ਮਾਲਿਨੀ ਚੋਣ ਲੜੂਗੀ ਜੀ। ਜਦੋਂ ਪੰਜਾਬ ਵੋਟਾਂ ਮੰਗਣ ਆਉਂਦੀ ਹੈ ਤੇ ਫਿਰ ਇੱਥੇ ਆ ਕੇ ਕਹਿੰਦੀ ਹੈ ਜੀ ਮੈਂ ਪੰਜਾਬ ਦੀ ਭਾਬੀ ਹਾਂ। ਇੱਕ ਕਿਰਨ ਖੇਰ ਆਏ ਨੇ, ਉਹ ਕਹਿੰਦੀ ਜੀ ਮੈਂ ਪੰਜਾਬ ਦੀ ਧੀ ਹਾਂ। ਅਰੁਣ ਜੇਤਲੀ ਆਏ ਨੇ, ਉਹਨਾਂ ਨੇ ਨਵੇਕਲਾ ਜਿਹਾ ਹੀ ਰਿਸ਼ਤਾ ਪੰਜਾਬ ਦੇ ਨਾਲ ਆਪਣਾ ਦੱਸ ਦਿੱਤਾ। ਕਹਿੰਦੇ ਜੀ ਮੈਂ ਛੋਟਾ ਹੁੰਦਾ ਅੰਮ੍ਰਿਤਸਰ ਆਉਂਦਾ ਰਿਹਾ ਮਾਂ ਪਿਓ ਦੇ ਨਾਲ, ਆਉਣ ਨੂੰ ਤਾਂ ਹੁਣ ਲੱਖਾਂ ਲੋਕ ਰੋਜ਼ ਆਉਂਦੇ ਨੇ, ਉਹਦਾ ਰਿਸ਼ਤਾ ਕਿਵੇਂ ਜੁੜ ਗਿਆ ਇਹ ਨਹੀਂ ਪਤਾ। ਖੈਰ ਗਾਂਧੀ ਨਗਰ ਤੋਂ ਲਾਲ ਕ੍ਰਿਸ਼ਨ ਅਡਵਾਨੀ ਹੁਰੀ ਜਿਹੜੇ ਆ ਉਹ ਚੋਣ ਲੜਨਗੇ। ਉਹ ਇਸ ਸੀਟ ਦੇ ਉੱਤੇ ਅੜੇ ਹੋਏ ਸਨ। ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਸੀਗਾ ਕਿ ਉਹਨਾਂ ਨੂੰ ਇੱਥੋਂ ਚੋਣ ਜਿਹੜੀ ਆ ਨਹੀਂ ਲੜਾਉਣੀ, ਉਹਨਾਂ ਨੂੰ ਰਾਜਸਥਾਨ ਤੋਂ ਭੇਜਣ ਦੇ ਚਰਚੇ ਸਨ। ਉਹਦਾ ਕਾਰਨ ਇਹ ਸੀ ਕਿ ਲਾਲ ਕ੍ਰਿਸ਼ਨ ਅਡਵਾਨੀ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਖੁੱਡੇ ਲਾਈਨ ਲਾ ਹੀ ਲਿਆ ਜਾਵੇ। ਪਰ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਦੇ ਜਿਹੜੇ ਨਾਲ ਦੇ ਨੇ ਜੀ ਉਹ ਅੜ ਗਏ, ਜਿਹਦੇ ਕਰਕੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਤਾਂ ਸੀਟ ਜਿਹੜੀ ਆ ਜੀ ਉਹ ਦੇਣੀ ਪਈ। ਉਹ ਪੀਐਮ ਇਨ ਵੇਟਿੰਗ ਪਹਿਲੇ ਨੰਬਰ ਇਸ ਤਰੀਕੇ ਨਾਲ ਕਿ ਦੇਰ ਤੋਂ ਪੀਐਮ ਇਨ ਵੇਟਿੰਗ ਨੇ। ਦੂਸਰੇ ਜਿਹੜੇ ਪੀਐਮ ਇਨ ਵੇਟਿੰਗ ਨੇ ਉਹ ਨੇ ਨਰਿੰਦਰ ਮੋਦੀ ਹੋਰੇ। ਉਹਨਾਂ ਨੇ ਸਭ ਤੋਂ ਸੁਰੱਖਿਅਤ ਸੀਟ ਆਪਣੇ ਵਾਸਤੇ ਕੁਛ ਇਸ ਤਰੀਕੇ ਨਾਲ ਲੱਭੀ ਕਿ ਪੰਜਾਬ ਸਰਕਾਰ ਨੇ ਜਿਵੇਂ ਗਰੀਬ ਲੱਭੇ ਉਹਨਾਂ ਨੂੰ ਆਟਾ ਦਾਲ ਦੇਣਾ, ਫਿਰ ਗਰੀਬਾਂ ਚੋਂ ਗਰੀਬ ਲੱਭੇ ਕਿ ਉਹ ਇਹਨਾਂ ਨਹੀਂ ਸਰਨਾ, ਗਰੀਬਾਂ ਨੂੰ ਤਾਂ ਦੇ ਕੇ ਅਸੀਂ ਨੰਗ ਪੁੰਗ ਹੋ ਜਾਾਂਗੇ, ਇਸ ਕਰਕੇ ਗਰੀਬਾਂ ਚੋਂ ਗਰੀਬ ਲੱਭੋ, ਫਿਰ ਉਹਨਾਂ ਨੂੰ ਦਿੱਤੇ। ਇਸ ਤਰੀਕੇ ਨਾਲ ਨਰਿੰਦਰ ਮੋਦੀ ਹੋਰੀ ਕਿਹਾ ਤਾਂ ਇਹ ਜਾ ਰਿਹਾ ਜੀ ਕਿ ਨੇਰ ਇਸ ਵੇਲੇ ਚੱਲ ਰਿਹਾ ਨਰਿੰਦਰ ਮੋਦੀ ਦਾ। ਸੋਸ਼ਲ ਨੈਟਵਰਕ ਸਾਈਟ ਤੇ ਫੋਟੋਆਂ ਦੇਖੀਆਂ ਨੇ, ਇੱਕ ਪਾਸੇ ਕਹਿੰਦੇ ਜੀ ਸ਼ੇਰ ਆ ਗਿਆ ਨਰਿੰਦਰ ਮੋਦੀ ਤੇ ਮੱਝਾਂ ਜਿਹੜੀਆਂ ਭੱਜੀਆਂ ਜਾ ਰਹੀਆਂ ਨੇ। ਮੈਂ ਤਾਂ ਕਹਿੰਦਾ ਹੈ ਤਾਂ ਦੋਨੋਂ ਜਾਨਵਰ ਨੇ, ਚਾਹੇ ਮੱਝ ਹੈ ਤੇ ਚਾਹੇ ਸ਼ੇਰ ਹੈ ਜੀ। ਨਰਿੰਦਰ ਮੋਦੀ ਹੋਰਾਂ ਨੂੰ ਸੀਟ ਜਿਹੜੀ ਸਭ ਤੋਂ ਸੁਰੱਖਿਅਤ ਜਾਪਦੀ ਸੀ, ਜਿੱਥੇ ਕਿ ਵੱਡੀ ਗਿਣਤੀ ਜਿਹੜੀ ਹੈ ਜੀ ਬ੍ਰਾਹਮਣਾਂ ਦੀ ਹੈ, ਉਹ ਹੈ ਵਾਰਾਣਸੀ ਜੀ। ਵਾਰਾਣਸੀ ਦੇ ਵਿੱਚ 26% ਜਿਹੜੀ ਪਾਪੂਲੇਸ਼ਨ ਹੈ ਜੀ ਉਹ ਮੁਸਲਿਮ ਭਾਈਚਾਰੇ ਦੀ ਹੈ ਜੀ। ਇੱਕ ਦੂਸਰੀ ਗੱਲ ਇਹ ਕਿ ਜਿਹੜੀ ਵਾਰਾਣਸੀ ਵਾਲੀ ਸੀਟ ਹੈ ਉੱਥੇ ਇਹ ਨਹੀਂ ਹੈ ਕਿ ਜਿਹੜੀ ਮੈਕਸਿਮਮ ਪਾਪੂਲੇਸ਼ਨ ਜਿਹੜੀ ਬ੍ਰਾਹਮਣਾਂ ਦੀ ਹੈ ਉਹ ਸਾਰੀ ਦੀ ਸਾਰੀ ਨਰਿੰਦਰ ਮੋਦੀ ਨੂੰ ਭੁਗਤ ਜਾਊਗੀ। ਕੈਲਕੂਲੇਸ਼ਨ ਇਹ ਸੀ ਜੋ ਬੀਤੇ ਸਮੇਂ 'ਚ ਹੁੰਦਾ ਆਇਆ ਨਾ ਜੀ, ਉਹ ਇਹ ਹੈ ਕਿ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹ ਇੱਕ ਦੂਜੇ ਦੇ ਵੱਡੇ ਲੀਡਰਾਂ ਦੇ ਖਿਲਾਫ ਵੱਡੇ ਬੰਦਿਆਂ ਨੂੰ ਖੜਾ ਨਹੀਂ ਕਰਦੀਆਂ, ਉਹਨੂੰ ਜਿੱਤ ਜਾਣ ਦਿੰਦੀਆਂ ਨੇ ਸੁਰੱਖਿਅਤ ਤਰੀਕੇ ਨਾਲ। ਪਰ ਅਰਵਿੰਦ ਕੇਜਰੀਵਾਲ ਨੇ ਇਹ ਸਾਰੇ ਸਮੀਕਰਨ ਬਦਲੇ ਨੇ ਜਦੋਂ ਉਹਨੇ ਇਹ ਐਲਾਨ ਕਰ ਦਿੱਤਾ ਕਿ ਉਹਨੇ ਵਾਰਾਣਸੀ ਤੋਂ ਜਿਹੜੀ ਚੋਣ ਲੜਨੀ ਹੈ ਔਰ ਉੱਥੇ ਨਰਿੰਦਰ ਮੋਦੀ ਨੂੰ ਘੇਰਨਾ ਹੈ। ਤੇ ਬਣੀ ਬਣਾਈ ਖੇਡ ਜਿਹੜੀ ਸੀ ਉਹ ਨਰਿੰਦਰ ਮੋਦੀ ਨੂੰ ਵਿਗੜਦੀ ਜਿਹੜੀ ਹੈ ਜੀ ਕਿਤੇ ਨਾ ਕਿਤੇ ਜਾਪਦੀ ਹੈ। ਉਹਨੂੰ ਲੱਗਿਆ ਕਿ ਵਾਰਾਣਸੀ ਵਾਲੀ ਸੀਟ ਤੋਂ ਜੇ ਜਿਹੜੀ ਕੈਲਕੂਲੇਸ਼ਨ ਜਿਹੜੀ ਮੈਂ ਤੁਹਾਨੂੰ ਦੱਸੀ ਹੈ 26% ਵਾਲੀ ਜਾਂ ਪੜ੍ਹੇ ਲਿਖੇ ਬ੍ਰਾਹਮਣ ਵੋਟ ਜਿਹੜੀ ਹੈ ਜੀ ਉਹਦੇ ਵਾਲੀ, ਉਹਦੇ ਤੋਂ ਬਾਅਦ ਹੈ ਤਾਂ ਉਹ ਵੀ ਬਾਣੀਆਂ ਨਾ ਜੀ ਅਰਵਿੰਦ ਕੇਜਰੀਵਾਲ, ਜਿਹੜਾ ਕਿ ਤੋਲ ਕੇ ਹੀ ਹਰ ਗੱਲ ਕਰਦਾ ਹੈ ਕਿ ਕਿਹੜੀ ਕਿਹੜੀ ਕਿੱਥੇ ਜਿਹੜੀ ਹੈ ਜੀ ਜਾਣੀ ਆ। ਉਹਦੀਆਂ ਕੈਲਕੂਲੇਸ਼ਨਾਂ ਜਿਹੜੀਆਂ ਨੇ ਅੱਜ ਲੋਕ ਕਹਿਣਗੇ ਗਲਤ ਨੇ, ਪਰ ਉਹ ਦਿਨ ਆਊਗਾ ਜਦੋਂ ਲੋਕ ਕਹਿਣਗੇ ਕਿ ਉਹਦੀਆਂ ਕੈਲਕੂਲੇਸ਼ਨ ਠੀਕ ਸਨ। ਇਸ ਕਰਕੇ ਨਰਿੰਦਰ ਮੋਦੀ ਨੂੰ ਇਹ ਲੱਗਿਆ ਕਿ ਮੈਂ ਇਸ ਸੀਟ ਦੇ ਉੱਤੇ ਕਿਤੇ ਨਾ ਰਵਾਂ, ਉਹ ਨਾ ਹੋਵੇ ਭਾਰਤੀ ਜਨਤਾ ਪਾਰਟੀ ਦਾ ਜਿਹਦੇ ਵੱਲੋਂ ਪ੍ਰਚਾਰਿਆ ਜਾ ਰਿਹਾ ਕਿ ਅਗਲਾ ਪ੍ਰਧਾਨ ਮੰਤਰੀ ਉਹ ਹੈ, ਜੇ ਉਹੀ ਸੀਟ ਹਾਰ ਗਿਆ ਤਾਂ ਭਾਰਤੀ ਜਨਤਾ ਪਾਰਟੀ ਦਾ ਕੀ ਬਣੂਗਾ। ਇਸ ਕਰਕੇ ਹੁਣ ਵਡੋਦਰਾ ਤੋਂ ਵੀ ਨਰਿੰਦਰ ਮੋਦੀ ਜਿਹੜਾ ਜੀ ਉਹ ਚੋਣ ਲੜੂਗਾ। ਗੁਜਰਾਤ ਦਾ ਵਡੋਦਰਾ ਉਹ ਹਲਕਾ ਹੈ ਜਿੱਥੇ ਕਿ ਵਡੋਦਰਾ ਕਾਂਡ ਹੋਇਆ ਸੀ, ਤੁਹਾਨੂੰ ਯਾਦ ਹੋਣਾ, ਜਿਹੜੀ ਗੱਡੀ ਦੇ ਵਿੱਚ ਅੱਗ ਲੱਗੀ ਸੀ, ਜਿੱਥੋਂ ਗੁਜਰਾਤ ਦੇ ਦੰਗੇ ਭੜਕੇ ਸਨ। ਤੁਸੀਂ ਸ਼ੈਤਾਨੀ ਦੇਖੋ ਕਿੱਡੀ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਇਸ ਆਗੂ ਦੇ ਵੱਲੋਂ ਖੇਡੀ ਜਾ ਰਹੀ ਹੈ। ਉਹਨੂੰ ਪਤਾ ਹੈ ਕਿ ਉਸ ਜਗ੍ਹਾ ਦੇ ਉੱਤੇ ਉਹਨੇ ਕੀ ਕੁਝ ਕੀਤਾ ਹੋਇਆ ਤੇ ਵੋਟਾਂ ਜਿਹੜੀਆਂ ਉਹਨੂੰ ਕਿਵੇਂ ਮਿਲ ਸਕਦੀਆਂ ਨੇ। ਗੱਲ ਤਾਂ ਜੁਰਤ ਵਾਲੀ ਇਹ ਹੋਣੀ ਚਾਹੀਦੀ ਸੀ ਨਾ ਕਿ ਮੇਰੀ ਤਾਂ ਹਨੇਰੀ ਝੁੱਲ ਰਹੀ ਆ, ਲਓ ਮੈਂ ਇੱਕ ਸੀਟ ਤੋਂ ਲੜਿਆ, ਚਾਹੇ ਅਰਵਿੰਦ ਕੇਜਰੀਵਾਲ ਆ ਜਾਏ ਚਾਹੇ ਕੋਈ ਹੋਰ ਆ ਜਾਏ, ਮੈਂ ਤਾਂ ਉੱਥੋਂ ਲੜੂੰਗਾ ਇੱਕੋ ਜਗ੍ਹਾ ਤੋਂ ਵਾਰਾਣਸੀ ਤੋਂ। ਪਰ ਕਿਉਂਕਿ ਉਹ ਸੁਰੱਖਿਅਤ ਨਹੀਂ, ਉਧਰ ਕਾਂਗਰਸ ਨੇ ਵੀ ਇਹ ਗੱਲ ਕਹਿਤੀ ਹੈ ਕਿ ਵਾਰਾਣਸੀ ਤੋਂ ਅਸੀਂ ਅਰਵਿੰਦ ਕੇਜਰੀਵਾਲ ਦੀ ਮਦਦ ਨਹੀਂ ਕਰਨੀ, ਅਸੀਂ ਆਪਣਾ ਕੈਂਡੀਡੇਟ ਜਿਹੜਾ ਜੀ ਉਹ ਖੜਾ ਕਰਨਾ। ਉਹ ਦਿਗਵਿਜੇ ਸਿੰਘ ਵੀ ਹੋ ਸਕਦਾ, ਜਿਹੋ ਜਿਹੇ ਚਰਚੇ ਜਿਹੜੇ ਨੇ ਚੱਲ ਰਹੇ ਨੇ। ਪਰ ਸਮਾਜਵਾਦੀ ਪਾਰਟੀ ਨੇ ਇਹ ਕਹਿ ਦਿੱਤਾ, ਮੈਂ ਕੱਲ ਵੀ ਸਾਂਝਾ ਕੀਤਾ ਸੀ, ਕਿ ਉਹ ਉੱਥੋਂ ਅਰਵਿੰਦ ਕੇਜਰੀਵਾਲ ਦੀ ਮਦਦ ਕਰਨਗੇ। ਜੀ ਬਿਲਕੁਲ। ਤੇ ਬਲਤੇਜ ਭਾਨੂ ਜੀ, ਇੱਕ ਲੇਟੈਸਟ ਖਬਰ ਹੋਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਵਾਰਾਣਸੀ ਤੋਂ ਰੈਲੀ ਜਿਹੜੀ ਕਰਨੀ ਸੀ 23 ਮਾਰਚ ਨੂੰ, ਉਹ ਕਹਿੰਦੇ ਆ ਜੀ ਉਹਨਾਂ ਨੂੰ ਹੁਣ ਉੱਥੇ ਜਾਣ ਬੁੱਝ ਕੇ ਜਿਹੜੀ ਆ ਪਰਮਿਸ਼ਨ ਆ ਉਸ ਜ਼ਿਲ੍ਹੇ ਦੇ ਵੱਲੋਂ ਨਹੀਂ ਦਿੱਤੀ ਗਈ ਤੇ ਹੁਣ ਉਹਨਾਂ ਨੂੰ ਵਧਾ ਕੇ 25 ਮਾਰਚ ਨੂੰ ਜਿਹੜੀ ਆ ਉਹ ਰੈਲੀ ਜਿਹੜੀ ਉਹ ਕਰਵਾ ਰਹੇ ਆ। ਇਸ ਦੇ ਪਿੱਛੇ ਤੁਹਾਨੂੰ ਕੀ ਲੱਗਦਾ ਕੀ ਸਿਆਸਤ ਹੋ ਸਕਦੀ ਆ?
ਇਹ ਬਿਲਕੁਲ ਕਨਫਰਮ ਖਬਰ ਹੈ ਜੀ। 23 ਮਾਰਚ ਨੂੰ ਉਹਨਾਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਦੀ ਜਿਹੜੀ ਹੁੰਦੀ ਹੈ ਜੀ ਬਰਸੀ ਦਿਨ ਉਹਨਾਂ ਨੂੰ ਫਾਂਸੀ ਮਿਲੀ ਸੀ। ਇਸ ਦਿਨ ਉਹਨਾਂ ਨੇ ਜਾ ਕੇ ਵਾਰਾਣਸੀ ਦੇ ਵਿੱਚ ਐਲਾਨ ਕਰਨਾ ਸੀਗਾ। ਇਹ ਵੀ ਗੱਲ ਜਿਹੜੀ ਠੀਕ ਹੈ ਜੀ ਕਿ ਜਿਹੜਾ ਪ੍ਰਸ਼ਾਸਨ ਹੈ ਉਹਦੇ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਰੈਲੀ ਕਰਨ ਦੇ ਵਾਸਤੇ। ਉਹ ਪਰਮਿਸ਼ਨ ਜਿਹੜੀ ਆ ਉਹ ਨਹੀਂ ਮਿਲੀ। ਢੁੱਚਰਾਂ ਜਿਹੜੀਆਂ ਨੇ ਉਹ ਜਾ ਰਹੀਆਂ ਨੇ। ਅਰਵਿੰਦ ਕੇਜਰੀਵਾਲ ਦੇ ਪਿੱਛੇ ਤਾਂ ਸਮੁੱਚਾ ਮੁਲਕ, ਮੈਂ ਪਹਿਲਾਂ ਵੀ ਸਾਂਝਾ ਕੀਤਾ ਸੀਗਾ, ਸਮੁੱਚੇ ਮੁਲਕ ਦਾ ਮੀਡੀਆ, ਮਾਫ ਕਰਨਾ ਮੁਲਕ ਨਹੀਂ, ਮੀਡੀਆ ਜਿਹੜਾ ਜੀ ਉਹ ਏਦਾਂ ਮਗਰ ਪੈ ਗਿਆ ਜਿਵੇਂ ਪਾਕਿਸਤਾਨ ਵਾਲੀ ਸਾਈਡ ਤੋਂ ਅਰਵਿੰਦ ਕੇਜਰੀਵਾਲ ਕੋਈ ਮਨੁੱਖੀ ਬੰਬ ਬਣ ਕੇ ਇੱਥੇ ਆ ਗਿਆ ਹੋਵੇ ਭਾਰਤ ਦੇ ਵਿੱਚ, ਵੀ ਇਹ ਨਹੀਂ ਪਤਾ ਉਹਨੇ ਕਿੱਥੇ ਚੱਲ ਜਾਣਾ। ਇਸ ਤਰੀਕੇ ਨਾਲ ਉਹਦੇ ਮਗਰ ਪਿਆ ਜੀ। ਔਰ ਬਿਲਕੁਲ ਇਹ ਜਿਹੜੀ ਡੇਟ ਹੈ ਬਦਲ ਦਿੱਤੀ ਗਈ ਹੈ, ਕਿਉਂਕਿ ਪਹਿਲਾਂ ਉਹਨੇ ਇੱਥੇ ਪੰਜਾਬ ਦੇ ਵਿੱਚ ਆਉਣਾ ਸੀਗਾ ਜੀ 23 ਮਾਰਚ ਨੂੰ ਖਟਕੜ ਕਲਾਂ ਦੇ ਵਿੱਚ, ਪਰ ਇਹ ਵਾਰਾਣਸੀ ਵਾਲੀ ਸੀਟ ਕਰਕੇ ਬਦਲਿਆ ਗਿਆ ਸੀਗਾ। 25 ਤਰੀਕ ਨੂੰ ਹੁਣ ਜਿਹੜਾ ਹੈ ਜੀ ਹੋ ਸਕਦਾ ਹੈ ਕਿ 23 ਤਰੀਕ ਨੂੰ ਅਰਵਿੰਦ ਕੇਜਰੀਵਾਲ, ਅਜੇ ਕਨਫਰਮ ਨਹੀਂ ਹੈ ਕਿ ਉਹ ਪੰਜਾਬ ਦੇ ਵਿੱਚ ਜਿਹੜਾ ਆਉਣ, ਪਰ ਵਾਰਾਣਸੀ ਹੁਣ ਉਹ 25 ਤਰੀਕ ਨੂੰ ਜਾਣਗੇ, ਇਹ ਕਨਫਰਮ ਹੈ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਪੰਜਾਬ ਦੀ ਸਿਆਸਤ ਨੂੰ ਲੈ ਕੇ, ਵੀ ਇਹ ਚੀਜ਼ ਦਾ ਅੱਜ ਐਲਾਨ ਕਹਿੰਦੇ ਕਰਤਾ ਵੀ ਲੁਧਿਆਣੇ ਤੋਂ ਮਨੀਸ਼ ਤਿਵਾਰੀ ਹੀ ਜਿਹੜੇ ਆ ਚੋਣ ਲੜਨਗੇ, ਤੇ ਪਰ ਕਹਿੰਦੇ ਆ ਜੀ ਬਹੁਤੀ ਚਰਚਾ ਇਸ ਟਾਈਮ ਕੈਪਟਨ ਦੀ ਜਿਹੜੀ ਆ ਉਹ ਸੀਟ ਨੂੰ ਲੈ ਕੇ ਆ, ਵੀ ਉਹਨਾਂ ਨੂੰ ਸ਼ਾਇਦ ਕਹਿ ਰਿਹਾ ਵੀ ਅੰਮ੍ਰਿਤਸਰ ਤੋਂ ਜਿਹੜੀ ਆ ਉਹ ਚੋਣ ਲੜਨ। ਇਸ ਦੇ ਉੱਤੇ ਕੀ ਚੱਲ ਰਿਹਾ ਹੈ? ਮਨੀਸ਼ ਤਿਵਾਰੀ ਦੇ ਕਾਂਗਰਸ ਦੇ ਤਰਫੋਂ, ਕਾਂਗਰਸ ਦੇ ਬੁਲਾਰੇ ਦੇ ਤਰਫੋਂ ਇਹ ਗੱਲ ਆਖੀ ਗਈ ਹੈ ਕਿ ਮਨੀਸ਼ ਤਿਵਾਰੀ ਦੇ ਚੋਣ ਨਾ ਲੜਨ ਦੇ ਜਿਹੜੇ ਚਰਚੇ ਨੇ ਉਹ ਗਲਤ ਨੇ ਤੇ ਉਹ ਲੁਧਿਆਣੇ ਤੋਂ ਹੀ ਚੋਣ ਲੜਨਗੇ। ਹਾਲਾਂਕਿ ਕਾਂਗਰਸ ਦੇ ਮੁੱਖ ਬੁਲਾਰੇ ਤਾਂ ਮਨੀਸ਼ ਤਿਵਾਰੀ ਹੋਰੀ ਨੇ, ਉਹ ਪਿਛਲੇ ਦਿਨਾਂ ਤੋਂ ਹਸਪੀਟਲ ਦੇ ਵਿੱਚ ਸਨ ਤੇ ਉਹਨਾਂ ਨੂੰ ਹੁਣ ਛੁੱਟੀ ਤਾਂ ਉੱਥੋਂ ਮਿਲ ਗਈ ਹੈ। ਇਉਂ ਲੱਗਦਾ ਕਿ ਕਾਂਗਰਸ ਨੂੰ ਇਹ ਮਨੀਸ਼ ਤਿਵਾਰੀ ਨੂੰ ਜ਼ਬਰਦਸਤੀ ਤੋਂ ਚੋਣ ਲੜਾਉਣੀ ਪੈਣੀ ਹੈ, ਕਿਉਂਕਿ ਕਾਂਗਰਸ ਨੂੰ ਪਤਾ ਹੈ ਕਿ ਨਹੀਂ ਤਾਂ ਮੈਸੇਜ ਇਹ ਜਾਊਗਾ ਕਿ ਲੋ ਤੁਹਾਡਾ ਮੇਨ ਬੁਲਾਰਾ ਹੀ ਭੱਜ ਗਿਆ ਆਪਣੀ ਸੀਟ ਤੋਂ। ਉਹ ਤਾਂ ਸਟਰੋਂਗ ਜਿਹੜਾ ਕੈਂਡੀਡੇਟ ਸਮਝ ਜਾ ਰਿਹਾ ਸੀਗਾ ਲੁਧਿਆਣੇ ਤੋਂ। ਇੰਨਾ ਜ਼ਰੂਰ ਹੈ ਕਿ HS ਫੂਲਕਾ ਹੋਰਾਂ ਦੇ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਆਉਣ ਤੋਂ ਬਾਅਦ ਉੱਥੇ ਸਮੀਕਰਨ ਟੋਟਲੀ ਬਦਲ ਗਏ ਨੇ। ਬੈਂਸ ਭਰਾਵਾਂ ਦੇ ਚੋਣ ਮੈਦਾਨ ਦੇ ਵਿੱਚ ਆਉਣ ਤੋਂ ਬਾਅਦ ਵੀ ਉੱਥੇ ਸਮੀਕਰਨ ਜਿਹੜੇ ਨੇ ਉਹ ਬਦਲੇ ਨੇ। ਇਸ ਕਰਕੇ ਮਨੀਸ਼ ਤਿਵਾੜੀ ਨੂੰ ਚੋਣ ਕਾਂਗਰਸ ਨੂੰ ਲੜਾਉਣੀ ਪੈਣੀ ਹੈ। ਉਧਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਆਪਣੀਆਂ ਜਿਹੜੀਆਂ ਗੀਟੀਆਂ ਨੇ ਉਹ ਖੇਡਦਿਆਂ ਹੋਇਆ ਰਾਹੁਲ ਗਾਂਧੀ ਤੋਂ ਇਹ ਕਿਹਾ ਜਾ ਰਿਹਾ ਕਿ ਅਖਵਾਲਤ ਹੈ ਕਿ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਚੋਣ ਲੜਾਓ, ਉਹ ਤਕੜੇ ਕੈਂਡੀਡੇਟ ਹੋ ਸਕਦੇ ਨੇ। ਕਾਂਗਰਸ ਇਹ ਵੀ ਕਹਿ ਸਕਦੀ ਹੈ ਲਓ ਜੀ BJP ਨੇ ਪੱਗ ਵਾਲਾ ਜਿਹੜਾ ਸੀ ਖੁੱਡੇ ਲਾਈਨ ਲਾਤਾ, ਅਸੀਂ ਸਰਦਾਰ ਜਿਹੜਾ ਉਹ ਲੈਣ ਦਾ ਅੰਮ੍ਰਿਤਸਰ ਤੋਂ। ਇਹ ਤਰਕ ਜਿਹੜਾ ਜੀ ਉਹ ਬਣਾਇਆ ਜਾ ਰਿਹਾ। ਪਰ ਦੂਜੇ ਪਾਸੇ ਜਿਹੜੇ ਆਪਣੇ ਨਾਂ ਦੇ ਅੱਗੇ ਰਾਜਾ ਸਾਹਿਬ ਲਿਖਾ ਕੇ ਬਹੁਤ ਖੁਸ਼ ਹੁੰਦੇ ਨੇ, ਮਹਾਰਾਜਾ ਸਾਹਿਬ ਭਾਜਰੇ ਪ੍ਰਤੀਤ ਹੁੰਦੇ ਨੇ ਜੀ ਇਸ ਚੋਣ ਤੋਂ। ਉਹ ਕਹਿੰਦੇ ਨਹੀਂ ਮੈਂ ਨਹੀਂ ਚੋਣ ਜਿਹੜੀ ਆ ਇਹ ਲੜਨੀ। ਜੇ ਹਾਈ ਕਮਾਂਡ ਹੁਕਮ ਲਾਉਂਦੀ ਆ ਕਿ ਤੁਹਾਨੂੰ ਚੋਣ ਲੜਨੀ ਪੈਣੀ ਆ, ਫਿਰ ਕੈਪਟਨ ਅਮਰਿੰਦਰ ਸਿੰਘ ਹੋਰੀ ਕੀ ਕਰਨਗੇ ਇਸ ਮਾਮਲੇ ਦੇ ਉੱਤੇ ਇਹ ਨਹੀਂ ਪਤਾ। ਪਰ ਇੰਨਾ ਜ਼ਰੂਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਅੰਮ੍ਰਿਤਸਰ ਤੋਂ ਚੋਣ ਮੈਦਾਨ ਦੇ ਵਿੱਚ ਆ ਜਾਂਦੇ ਨੇ ਤੇ ਬਠਿੰਡੇ ਵਾਲੇ ਤਰੀਕੇ ਦੇ ਨਾਲ ਜਿਵੇਂ ਉਹ ਚਰਚਿਤ ਸੀਟ ਰਹਿਣੀ ਹੈ, ਇਵੇਂ ਅੰਮ੍ਰਿਤਸਰ ਦੇ ਵਿੱਚ ਵੀ ਟੱਕਰ ਉਹ ਤਕੜੀ ਦੇ ਸਕਦੇ ਨੇ ਅਰੁਣ ਜੇਤਲੀ ਨੂੰ। ਜੀ। ਤੇ ਅਗਲੀ ਜਿਹੜੀ ਹੁਣ ਗੱਲ ਕਰਦੇ ਆ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੀ, ਵੀ ਜਿਹੜੀ ਜਲੰਧਰ ਵਾਲੀ ਸੀਟ ਆ ਉਸ ਦੇ ਵਿੱਚ ਜਿਹੜੇ ਹੰਸਰਾਜ ਹੰਸ ਆ ਉਹ ਕਹਿ ਰਹੇ ਆ ਵੀ ਬਾਗੀ ਹੋ ਰਹੇ ਆ ਉਹਨਾਂ ਤੋਂ। ਇਸ ਦੇ ਉੱਤੇ ਕੀ ਚਰਚਾ ਚੱਲ ਰਹੀ ਆ? ਹੰਸਰਾਜ ਹੰਸੂਰੀ ਦਾ ਕੁਝ ਇਸ ਤਰੀਕੇ ਨਾਲ ਖੁੱਡੇ ਲਾਈਨ ਲਾਤੇ ਗਏ ਨੇ ਜੀ ਕਿ ਕਿਸੇ ਟਾਈਮ ਇਹ ਹੁੰਦਾ ਸੀਗਾ ਕਿ ਇੱਕ ਪਰਚਾ ਜਿਹੜਾ ਜਲੰਧਰ ਤੋਂ ਛਪਦਾ ਉਹਦੇ ਵਿੱਚ ਪੱਕੀ ਡੱਬੀ ਉਹਨਾਂ ਦੀ ਹੁੰਦੀ ਸੀਗੀ। ਉਹਨਾਂ ਦਿਨਾਂ ਦੇ ਵਿੱਚ ਤਾਂ ਗਾਇਕੀ ਕਾਫੀ ਚੱਲਦੀ ਹੁੰਦੀ ਸੀ ਕਿ ਫਲਾਨਾ ਮੇਲਾ ਹੰਸਰਾਜ ਹੰਸੂਰਾ ਨੇ ਲੁੱਟਿਆ। ਹੋਇਆ ਮੈਨੂੰ ਯਾਦ ਹੈ ਇੱਕ ਵਾਰੀ ਕਿ ਲੁਧਿਆਣੇ ਦੇ ਵਿੱਚ ਮੀਂਹ ਤੇ ਗੜੇ ਪੈ ਗਏ, ਉੱਥੇ ਉਹਨਾਂ ਦਾ ਫੰਕਸ਼ਨ ਸੀਗਾ ਰਾਤ ਦਾ, ਉਹ ਫੰਕਸ਼ਨ ਰੱਦ ਕਰਨਾ ਪਿਆ। ਅਗਲੇ ਦਿਨ ਅਖਬਾਰ ਛਪ ਕੇ ਆਈ ਤੇ ਡੱਬੀ ਉਹਦੇ ਵਿੱਚ ਲੱਗੀ ਹੋਈ ਸੀ ਤੇ ਲੁਧਿਆਣੇ ਵਾਲਾ ਮੇਲਾ ਜਿਹੜਾ ਸੀ ਉਹ ਹੰਸਰਾਜ ਹੰਸੂਰਾ ਨੇ ਲੁੱਟਿਆ। ਜਿਨ੍ਹਾਂ ਨੇ ਮੇਲਾ ਕਰਾਇਆ ਸੀ ਉਹਨਾਂ ਦੇ ਵਿੱਚ ਰੌਲਾ ਪੈ ਗਿਆ ਵੀ ਮੇਲਾ ਤਾਂ ਕਰਾਇਆ ਨਹੀਂ, ਤੁਸੀਂ ਅੰਦਰ ਵੜ ਕੇ ਕਿੱਥੇ ਮੇਲਾ ਕਰਾ ਲਿਆ, ਖਬਰ ਲੱਗੀ ਹੋਈ ਆ। ਜਦੋਂ ਕਿ ਖਬਰ ਉਹ ਪਹਿਲਾਂ ਹੀ ਬਣ ਗਈ ਸੀ। ਇੰਨਾ ਜਿਹੜਾ ਨੇੜੇ ਅਖਬਾਰ ਸੀਗਾ ਹੰਸਰਾਜ ਹੰਸ ਦੇ, ਹੁਣ ਉਹ ਹੰਸਰਾਜ ਹੰਸੂਰਾ ਦੀ ਖਬਰ ਲਾਉਣ ਦੇ ਵਾਸਤੇ ਤਿਆਰ ਨਹੀਂ, ਜਿਹਨੇ ਪਹਿਲਾਂ ਇੱਕ ਦਫ਼ਤਰ ਵੀ ਦਿੱਤਾ ਹੋਇਆ ਸੀਗਾ ਉਹਨਾਂ ਨੂੰ ਆਪਣੇ ਹੀ ਦਫ਼ਤਰ ਦੇ ਵਿੱਚ ਅੰਦਰ ਬਣਾ ਕੇ। ਹੁਣ ਹੰਸਰਾਜ ਹੰਸੂਰਾ ਦਾ ਜਿਹੜਾ ਨਾ ਜੀ ਅੰਦਰ ਵਾਲਾ ਜਿਹੜਾ ਗੁੱਬ ਗਲਾਟ ਆ ਉਹ ਨਿਕਲਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਤਾਂ ਸਾਜ਼ਿਸ਼ ਦੇ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਪਿਛਲੇ ਦਿਨਾਂ ਦੇ ਵਿੱਚ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਮੇਰਾ ਪੋਲੀਟੀਕਲ ਕੈਰੀਅਰ ਤਾਂ ਜਿਹੜਾ ਖਤਮ ਕੀਤਾ, ਹੁਣ ਮੈਨੂੰ ਸੋਸ਼ਲ ਤੌਰ ਦੇ ਉੱਤੇ ਬਦਨਾਮ ਜਿਹੜੀ ਆ ਉਹ ਕਰਨ ਦੇ ਵਾਸਤੇ ਇਹ ਗੱਲ ਵੱਡੇ ਪੱਧਰ ਦੇ ਉੱਤੇ ਫੈਲਾਈ ਗਈ ਕਿ ਮੈਂ ਮੁਸਲਿਮ ਧਰਮ ਜਿਹੜਾ ਉਹ ਧਾਰਨ ਕਰ ਲਿਆ, ਮੈਂ ਆਪਣਾ ਨਾਮ ਵੀ ਬਦਲ ਲਿਆ। ਇਹਦੇ ਪਿੱਛੇ ਉਹਨਾਂ ਨੇ ਜਿਹੜਾ ਨਾਮ ਲਿਆ ਸਿੱਧਾ
ਉਹ ਪਵਨ ਕੁਮਾਰ ਟੀਨੂ ਦਾ ਲੈ ਦਿੱਤਾ, ਜੀ ਜੀ, ਜਿਹੜਾ ਕਿ ਅਕਾਲੀ ਦਲ ਬੀਜੇਪੀ ਦਾ ਕੈਂਡੀਡੇਟ ਹੈ ਜੀ ਜਲੰਧਰ ਤੋਂ। ਜੀ ਹੰਸਰਾਜ ਹੰਸੁਰਾ ਨੇ ਇਹ ਗੱਲ ਆਖੀ ਹੈ ਕਿ ਪਵਨ ਕੁਮਾਰ ਟੀਨੂ ਹੀ ਸੀਗਾ ਜਿਹਨੇ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਵਾਲਮੀਕੀ ਭਾਈਚਾਰਾ, ਜਿਹਨੂੰ ਹੰਸਰਾਜ ਹੰਸੁਰੀ ਬਿਲੋਂਗ ਕਰਦੇ ਨੇ, ਉਹਦੇ ਵਿੱਚ ਗਲਤ ਖਬਰਾਂ ਹੰਸਰਾਜ ਹੰਸੁਰਾ ਦੇ ਬਾਰੇ ਪਵਨ ਕੁਮਾਰ ਟੀਨੂ ਨੇ ਹੀ ਫੈਲਾਈਆਂ ਸਨ। ਹੰਸਰਾਜ ਹੰਸੁਰਾ ਦੇ ਇਉਂ ਬਾਗੀ ਹੋਣ ਦੇ ਨਾਲ, ਹਾਲਾਂਕਿ ਉਹਨਾਂ ਨੇ ਇਹ ਵੀ ਕਹਿ ਦਿੱਤਾ ਅਕਾਲੀ ਦਲ ਦੇ ਵਿੱਚ ਹੀ ਰਹੂੰਗਾ, ਮੈਂ ਬਾਹਰ ਨਹੀਂ ਜਾਣਾ, ਵੋਟਾਂ ਜਿਹੜੀਆਂ ਨੇ ਉਹਦੇ ਉੱਤੇ ਪ੍ਰਭਾਵ ਸਿੱਧਾ ਜਿਹੜਾ ਉਹ ਪੈ ਸਕਦਾ। ਉਹਦਾ ਜਿਹੜਾ ਪ੍ਰਮੁੱਖ ਕਾਰਨ ਇੱਕ ਤਾਂ ਇੱਕ ਭਾਈਚਾਰੇ ਦੇ ਵਿੱਚ ਉਹਨਾਂ ਦਾ ਵੀ ਇੱਕ ਵੱਡਾ ਧੜਾ ਇਹਦੇ ਵਿੱਚ ਹੈਗਾ, ਦੂਜਾ ਜਿਹੜਾ ਲਾਲ ਬਾਦਸ਼ਾਹ ਜਿਹੜਾ ਡੇਰਾ ਜਿਹਦੇ ਉਹ ਪ੍ਰਮੁੱਖ ਨੇ ਇਸ ਵੇਲੇ ਜਿਹੜੇ ਡੇਰੇ ਤੇ ਬਹਿੰਦੇ ਨੇ, ਉਹਦੀ ਜਿਹੜੀ ਫਾਲੋਅਰ ਹੈ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਜਲੰਧਰ ਲੋਕ ਸਭਾ ਸੀਟ ਜਿਹੜੀ ਹੈ ਜੀ ਉਹਦੇ ਉੱਤੇ ਇਫੈਕਟ ਪਾਉਂਦੇ ਨੇ। ਜੀ ਜੀ, ਸੋ ਦੇਖਦੇ ਹਾਂ ਜੀ ਹੰਸਰਾਜ ਹੰਸ ਜਿਹੜੇ ਆ ਉਹ ਕਿਸ ਤਰੀਕੇ ਦੇ ਨਾਲ ਕਹਿੰਦੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਕਿਹਾ ਸੀਗਾ ਵੀ ਇਹ ਮੇਰੇ ਕੋਲ ਜਿਹੜੇ ਆ ਗਏ ਆ ਤੇ ਮੈਨੂੰ ਇਹਨਾਂ ਨੇ ਕਿਸੇ ਜੋਗਾ ਨਹੀਂ ਛੱਡਿਆ ਜਦ ਮੈਨੂੰ ਇਹਨਾਂ ਨੇ ਸਿਆਸਤ ਦੇ ਵਿੱਚ ਵਾੜ ਲਿਆ ਸੀਗਾ। ਤੇ ਅਗਲੀ ਜਿਹੜੀ ਗੱਲ ਕਰਦੇ ਆਪਾਂ ਹਰਿਆਣੇ ਦੀ ਜਿਹੜੀ ਬੀਜੇਪੀ ਆ ਤੇ ਜਨਹਿਤ ਕਾਂਗਰਸ ਆ, ਉਹਨਾਂ ਦੇ ਵਿੱਚ ਸਮਝੌਤਾ ਜਿਹੜਾ ਉਹ ਟੁੱਟਦਾ ਨਜ਼ਰ ਆ ਰਿਹਾ ਆ। ਇੱਥੇ ਬੜੇ ਅਜੀਬੋ-ਗਰੀਬ ਜੀ ਜਿਹੜੀ ਸਥਿਤੀ ਹੈ ਨਾ ਜੀ ਉਹ ਬਣ ਗਈ ਹੈ। ਹਾਲਾਂਕਿ ਜਿਹੜਾ ਇਹੋ ਲੱਗ ਰਿਹਾ ਕਿ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਪੈਚਅਪ ਵੀ ਹੋ ਸਕਦਾ, ਪਰ ਅੰਦਰ ਖਾਤੇ ਜਿਹੜੀ ਅੱਗ ਹੈ ਨਾ ਜੀ ਸੁਲਗਦੀ ਉਹ ਕਾਫੀ ਵੱਡੀ ਹੋ ਗਈ ਹੈ ਜੀ। ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਨੇ ਕਰਨਾਲ ਤੋਂ ਜਿਹੜਾ ਉਮੀਦਵਾਰ ਹਜਕਾਂ ਜਿਹੜੀ ਹਰਿਆਣਾ ਜਨਹਿਤ ਕਾਂਗਰਸ ਜਿਹਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਹੋਇਆ, ਉਹਦਾ ਵਿਰੋਧ ਸਾਰੀ ਹਰਿਆਣੇ ਦੀ ਬੀਜੇਪੀ ਨੇ ਕੀਤਾ ਕਿ ਅਸੀਂ ਚੰਦਰਮੋਹਨ ਨੂੰ ਕਰਨਾਲ ਤੋਂ ਚੋਣ ਨਹੀਂ ਲੜਨ ਦੇਣੀ, ਜਿਹਨੂੰ ਕਿ ਇੱਕ ਸਮਝੌਤੇ ਦੇ ਤਹਿਤ ਹਜਕਾਂ ਨੇ ਜਿਹੜਾ ਸੀਗਾ ਉਹ ਖੜਾ ਕੀਤਾ ਸੀਗਾ। ਮੈਂ ਦੱਸਦਾ ਚੰਦਰਮੋਹਨ ਕਿਤੇ ਭੁੱਲ ਨਾ ਗਿਆ ਹੋਵੇ ਕਿਸੇ ਨੂੰ, ਜਿਹਨੂੰ ਚੰਦਰਾ ਮੋਹਨ ਵੀ ਇੱਥੇ ਕਹਿੰਦੇ ਸੀਗੇ, ਚਾਂਦ ਮੁਹੰਮਦ, ਭਾਵ ਕਿ ਉਹਨੇ ਮੁਸਲਿਮ ਧਰਮ ਧਾਰਨ ਕਰ ਲਿਆ ਸੀਗਾ ਫਿਜ਼ਾ ਦੇ ਨਾਲ ਜਿਹੜਾ ਸੀ ਉਹ ਵਿਆਹ ਕਰਾਉਣ ਦੇ ਵਾਸਤੇ। ਫਿਜ਼ਾ ਤਾਂ ਵਿਚਾਰੀ ਇਸ ਦੁਨੀਆ ਤੋਂ ਤੁਰ ਗਈ, ਉਹਦਾ ਅੱਜ ਤੱਕ ਪਤਾ ਨਹੀਂ ਲੱਗਾ ਕਿ ਉਹਦੀ ਮੌਤ ਦੇ ਪਿੱਛੇ ਕਾਰਨ ਕਿਹੜੇ ਸਨ। ਜਿਹਦੀ ਗੜੀ ਚੜੀ ਲਾਸ਼ ਜਿਹੜੀ ਸੀ ਉਹਦੇ ਘਰ ਦੇ ਵਿੱਚੋਂ ਮਿਲੀ ਸੀ। ਹੁਣ ਤਾਂ ਪੁਲਿਸ ਨੇ ਵੀ ਉਹ ਫਾਈਲਾਂ ਫੂਲਾਂ ਜਿਹੜੀਆਂ ਉਹ ਠੱਪ ਕਰ ਦਿੱਤੀਆਂ ਨੇ ਕਿਸੇ ਜਗ੍ਹਾ ਤੋਂ, ਕਿਉਂਕਿ ਤਕੜੇ ਦਾ ਸੱਤੀ ਨਹੀਂ 100। ਸੋ ਚੰਦਰਮੋਹਨ ਜਿਹੜਾ ਜੀ ਉਹਦੇ ਵਾਸਤੇ ਇਹ ਫਿਜ਼ਾ ਮੁਹੰਮਦ ਦੇ ਨਾਲ ਜਿਹੜਾ ਵਿਆਹ ਕਰਾਉਣਾ ਇਹ ਦੁਬਾਰਾ ਫਿਰ ਚਰਚਾ ਦਾ ਵਿਸ਼ਾ ਬਣਿਆ। ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਆਪਣਾ ਧਰਮ ਬਦਲ ਲੈਣ ਵਾਲੇ ਬੰਦੇ ਦੀ ਮਦਦ ਉਹ ਨਹੀਂ ਕਰਨਗੇ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਨੇ ਫਿਰ ਘੁਰਕੀ ਮਾਰੀ ਹਰਿਆਣਾ ਜਨਹਿਤ ਕਾਂਗਰਸ ਨੂੰ ਕਿ ਜਾਂ ਤਾਂ ਇਹ ਸਮਝੌਤਾ ਛੱਡ ਦਿਓ ਜਾਂ ਚੰਦਰਮੋਹਨ ਹਟਾਓ। ਉਹ ਜਿਹੜਾ ਚੰਦਰਮੋਹਨ ਹੈ ਜੀ ਉਹਨੂੰ ਹਟਣਾ ਪੈ ਗਿਆ ਕਰਨਾਲ ਤੋਂ। ਇਹ ਕਿਹਾ ਜਾ ਰਿਹਾ ਹੈ ਕਿ ਅਜੇ ਵੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹਰਿਆਣੇ ਦੀ ਇਕਾਈ ਹੈ ਉਹ ਇਸ ਚੀਜ਼ ਦਾ ਵਿਰੋਧ ਕਰ ਰਹੀ ਹੈ ਕਿ ਹਰਿਆਣਾ ਜਨਹਿਤ ਕਾਂਗਰਸ ਦੇ ਨਾਲ ਉਹਨਾਂ ਨੇ ਕੋਈ ਸਮਝੌਤਾ ਨਹੀਂ ਕਰਨਾ। ਪਰ ਐਨ ਇਸ ਮੌਕੇ ਦੇ ਉੱਤੇ ਇਹ ਸਮਝੌਤਾ ਤੋੜ ਸਕਣਾ ਵੀ ਬੜਾ ਔਖਾ ਹੋ ਜਾਣਾ, ਕਿਉਂਕਿ ਇਨੈਲੋ ਦੇ ਨਾਲ ਉਹਦਾ ਗੱਠਜੋੜ ਹੋ ਸਕਦਾ ਸੀਗਾ, ਜਿਹੜਾ ਇੰਡੀਅਨ ਨੈਸ਼ਨਲ ਲੋਕ ਦਲ ਹੈ ਚੁਟਾਲਿਆਂ ਵਾਲਾ। ਪਰ ਚੁਟਾਲਿਆਂ ਨੂੰ ਜਦੋਂ ਉਧਰੋਂ ਖੈਰ ਨਹੀਂ ਪਈ ਭਾਰਤੀ ਜਨਤਾ ਪਾਰਟੀ ਵਾਲੀ ਸਾਈਡ ਤੋਂ, ਉਹਨਾਂ ਨੇ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਨੇ। ਜੇ ਲਾਸਟ ਮੌਕੇ ਦੇ ਉੱਤੇ ਇਨੈਲੋ ਦੇ ਨਾਲ ਭਾਰਤੀ ਜਨਤਾ ਪਾਰਟੀ ਸਮਝੌਤਾ ਕਰਦੀ ਹੈ, ਇਨੈਲੋ ਆਪਣੇ ਕੈਂਡੀਡੇਟ ਕਿਸੇ ਸਮਝੌਤੇ ਦੇ ਤਹਿਤ ਹਟਾਉਂਦੀ ਹੈ, ਤਾਂ ਬਗਾਵਤ ਦਾ ਸਾਹਮਣਾ ਉਹਨੂੰ ਵੀ ਕਰਨਾ ਪੈ ਜਾਣਾ। ਇਸ ਕਰਕੇ ਦੋਨੋਂ ਪਾਰਟੀਆਂ ਜਿਹੜੀਆਂ ਨੇ ਉਹ ਫਸੀਆਂ ਹੋਈਆਂ ਨੇ, ਕਿਸੇ ਕੋ ਵੀ ਜਿਹੜਾ ਛੁਟਕਾਰਾ ਨਹੀਂ ਹੋਣਾ ਕਿ ਕਿਹਦੇ ਨਾਲ ਹੁਣ ਇਸ ਮੌਕੇ ਦੇ ਉੱਤੇ ਗੱਠਜੋੜ ਜਿਹੜਾ ਜੀ ਉਹ ਕਰਨ। ਸੋ ਅਜੇ ਜਿਹੜਾ ਜੀ ਇਹ ਹਵਾ ਦੇ ਵਿੱਚ ਲਟਕ ਰਿਹਾ ਇਹ ਸਮਝੌਤਾ ਭਾਰਤੀ ਜਨਤਾ ਪਾਰਟੀ ਤੇ ਹਰਿਆਣਾ ਜਨਹਿਤ ਕਾਂਗਰਸ ਵਾਲਾ ਜੀ। ਤੇ ਅਗਲੀ ਜੇ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ ਜਦ ਅਰੁਣ ਜੇਟਲੀ ਆਏ, ਉਹਨਾਂ ਦੇ ਲਈ ਜਿਹੜਾ ਰੋਡ ਸ਼ੋਅ ਜਿਹੜਾ ਬੜਾ ਵੱਡਾ ਕੀਤਾ ਗਿਆ ਤੇ ਉਸ ਦੀ ਜਿਹੜੀ ਕਹਿੰਦੇ ਆ ਸ਼ਿਕਾਇਤ ਆ ਇਲੈਕਸ਼ਨ ਕਮਿਸ਼ਨ ਆ ਉਸ ਨੂੰ ਹੋ ਚੁੱਕੀ ਆ, ਇਸ ਦੇ ਉੱਤੇ ਕੀ ਹੈਗਾ? ਇਹਦੀ ਜਿਹੜੀ ਰੋਡ ਸ਼ੋਅ ਦੀ ਪਰਮਿਸ਼ਨ ਆ ਨਾ, ਜਦੋਂ ਆਪਾਂ ਅਰਵਿੰਦ ਕੇਜਰੀਵਾਲ ਦੀ ਗੱਲ ਕਰਕੇ ਤੇ ਉਹਦੀ ਲੈਣੀ ਪੈਂਦੀ ਆ ਜੀ ਪਰਮਿਸ਼ਨ। ਕਿੰਨਾ ਉਹ ਕਾਫਲਾ ਹੋਊਗਾ ਇਹਦੇ ਵਾਸਤੇ ਵੀ ਕੁਝ ਹਦਾਇਤਾਂ ਜਿਹੜੀਆਂ ਨੇ ਉਹ ਚੋਣ ਕਮਿਸ਼ਨ ਦੀਆਂ ਫੋਲੋ ਕਰਨੀਆਂ ਪੈਂਦੀਆਂ ਨੇ। ਪਰ ਜਿਹੜੀ ਸਾਡੇ ਇੱਥੇ ਸੱਤਾਧਾਰੀ ਧਿਰ ਹੈ ਜੀ ਉਹਦੇ ਵਾਸਤੇ ਹਦਾਇਤਾਂ ਹੁਕਮ ਇਹ ਤਾਂ ਏਦਾਂ ਦੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਕਿਸੇ ਕਿਤਾਬ ਦੀ ਮੋਟੀ ਜਿਲਦ ਲਵਾ ਕੇ ਉਹਨੂੰ ਚੰਗੀ ਤਰ੍ਹਾਂ ਜੰਦਰੇ ਲਾ ਕੇ ਸਾਈਡ ਦੇ ਉੱਤੇ ਰੱਖੀਆਂ ਹੋਈਆਂ ਨੇ। ਉਹ ਕਹਿੰਦੇ ਪੰਜਾਬ ਦੇ ਮਾਲਕ ਅਸੀਂ ਹਾਂ, ਅਸੀਂ ਤਾਂ 25 ਸਾਲ ਇੱਥੇ ਰਾਜ ਕਰਨਾ ਹੈ, ਇਸ ਕਰਕੇ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ। ਇਲੈਕਸ਼ਨ ਕਮਿਸ਼ਨ ਹੋਵੇ ਚਾਹੇ ਕੋਈ ਹੋਰ ਹੋਵੇ। ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਇਹ ਮੈਦਾਨ ਜਿਹੜਾ ਛੱਡਣਾ ਪਿਆ, ਜਾਂ ਇਹ ਕਹ ਲਓ ਕਿ ਭਾਰਤੀ ਜਨਤਾ ਪਾਰਟੀ ਨੂੰ ਉੱਥੋਂ ਉਹਨਾਂ ਨੂੰ ਕੱਢਣਾ ਪਿਆ, ਉਹ ਬੜੇ ਜ਼ਿਆਦਾ ਹੀ ਕੁਝ ਐਕਸਾਈਟਡ ਨੇ ਅਰੁਣ ਜੇਤਲੀ ਦੇ ਆਉਣ ਦੇ ਨਾਲ। ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ ਗਈ ਕਿ ਇਹ ਕਾਫਲਾ ਜਿਹੜਾ ਕਿੰਨਾ ਲੰਮਾ ਚੱਲਦਾ, ਕਿੱਥੋਂ ਤੱਕ ਰੋਡ ਸ਼ੋਅ ਜਿਹੜਾ ਜਾਣਾ ਹੈ। ਇਹਦੀ ਹੁਣ ਪੂਰੀ ਦੀ ਪੂਰੀ ਸ਼ਿਕਾਇਤ ਜਿਹੜੀ ਹੈ ਜੀ ਉਹ ਚੋਣ ਕਮਿਸ਼ਨ ਤੱਕ ਪਹੁੰਚ ਚੁੱਕੀ ਹੈ
ਚੋਣ ਕਮਿਸ਼ਨ ਤੱਕ ਅਨੰਦਪੁਰ ਸਾਹਿਬ ਵਾਲੀ ਜਿਹੜੀ ਸ਼ਿਕਾਇਤ ਹੈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਲੈਕਚਰ ਉਹ ਵੀ ਪਹੁੰਚ ਚੁੱਕੀ ਹੈ। ਇਹ ਦੋ ਜਿਹੜੀਆਂ ਵੱਡੀਆਂ ਸ਼ਿਕਾਇਤਾਂ ਨੇ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੇ ਕੋਲੇ ਪਹੁੰਚੀਆਂ ਨੇ। ਇਲੈਕਸ਼ਨ ਕਮਿਸ਼ਨ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਕਿਹਾ ਹੈ ਕਿ ਅਸੀਂ ਦੇਖਾਂਗੇ ਕਿ ਇਹਦੀ ਕਾਰਵਾਈ ਜਿਹੜੀ ਹੈ ਉਹ ਕੀ ਬਣਦੀ ਹੈ। ਇਹ ਦੋ ਵੱਡੀਆਂ ਸ਼ਿਕਾਇਤਾਂ ਜਿਹੜੀਆਂ ਨੇ ਮੁਸੀਬਤ ਖੜੀ ਕਰ ਸਕਦੀਆਂ ਨੇ ਪੰਜਾਬ ਦੇ ਵਿੱਚ ਸੱਤਾਧਾਰੀ ਧਿਰ ਦੇ ਵਾਸਤੇ। ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਆ ਵਾਕਿਆ ਹੀ ਸੱਤਾਧਾਰੀ ਧਿਰ ਦੇ ਖਿਲਾਫ ਕੋਈ ਜਿਹੜਾ ਆ ਉਹ ਡਿਸੀਜਨ ਲਵੇਗਾ, ਕੋਈ ਫੈਸਲਾ ਲਵੇਗਾ? ਪੰਜਾਬ ਵਾਲਾ ਜਿਹੜਾ ਪੰਜਾਬ ਦੇ ਇਹਨਾਂ ਦੇ ਅਧਿਕਾਰੀ ਨੇ ਉਹਨਾਂ ਤੋਂ ਤਾਂ ਆਸ ਘੱਟ ਹੈ, ਪਰ ਕਿਉਂਕਿ ਇਹ ਲਿਖਤ ਸ਼ਿਕਾਇਤ ਵਿਦ ਸਬੂਤ ਦੇ ਜਿਹੜੀ ਹੈ ਜੀ ਸ਼ਿਕਾਇਤ ਇਹ ਮੁੱਖ ਚੋਣ ਕਮਿਸ਼ਨ ਦੇ ਕੋਲੇ ਗਈ ਹੈ, ਇਸ ਕਰਕੇ ਉਹ ਇਹਨੂੰ ਅੱਖੋਂ ਪਰੋਖੇ ਤਾਂ ਨਹੀਂ ਕਰ ਸਕਦਾ ਜੀ। ਉਹਨੂੰ ਕੋਈ ਨਾ ਕੋਈ ਫੈਸਲਾ ਇਸ ਮਾਮਲੇ 'ਚ ਲੈਣਾ ਹੀ ਪਊਗਾ ਜੀ। ਤੇ ਇੱਕ ਜਾਂਦੇ ਜਾਂਦੇ ਅਖੀਰਲੀ ਜਿਹੜੀ ਗੱਲ ਉਹ ਆਪਾਂ ਜ਼ਰੂਰ ਕਰਦੇ ਹਾਂ ਵੀ ਇੱਕ ਜਿਹੜਾ ਇਸ ਟਾਈਮ ਸਰਵੇ ਉਹ ਸਾਹਮਣੇ ਆ ਵੀ ਤਕਰੀਬਨ ਜਿਹੜੀਆਂ 545 ਸੀਟਾਂ ਲੋਕ ਸਭਾ ਦੀਆਂ ਉਸ ਦੇ ਵਿੱਚੋਂ 285 ਸੀਟਾਂ ਦੇ ਉੱਤੇ ਜਿਹੜੀ ਖੇਤਰੀ ਪਾਰਟੀਆਂ ਰੀਜਨਲ ਪਾਰਟੀਆਂ ਆ ਉਹਨਾਂ ਦਾ ਜ਼ਿਆਦਾ ਦਬਦਬਾ ਆ। ਆਪਾਂ ਹਮੇਸ਼ਾ ਹੀ ਦੇਖ ਰਹੇ ਹਾਂ ਵੀ ਹਮੇਸ਼ਾ ਹੀ ਕੋਲੀਸ਼ਨ ਦੀ ਜਿਹੜੀ ਸਰਕਾਰ ਆ ਸੈਂਟਰ ਦੇ ਵਿੱਚ ਬਣਦੀ ਆ, ਤੇ ਇਸ ਵਾਰ ਜਿਹੜੀਆਂ ਰੀਜਨਲ ਪਾਰਟੀਆਂ ਆ ਇਹਨਾਂ ਤੋਂ ਇਸ ਵਾਰ ਕਿੱਦਾਂ ਦੀ ਉਮੀਦ ਆ? ਕਿਸੇ ਦੀ ਕਿਤੇ ਘਟੀ ਆ ਜਾਂ ਵਧੀ ਆ? ਕਿਸ ਹਿਸਾਬ ਦੇ ਨਾਲ ਚੱਲੇਗਾ ਇਸ ਵਾਰ ਚੋਣਾਂ ਦੇ ਵਿੱਚ? ਦੇਖੋ, ਜੇ ਅੱਜ ਚੋਣਾਂ ਹੋ ਜਾਂਦੀਆਂ ਨੇ ਮੁਲਕ ਭਰ ਦੇ ਵਿੱਚ ਤਾਂ ਅੱਜ ਵਾਲੇ ਜਿਹੜੇ ਨਤੀਜੇ ਨੇ ਇਹ ਚੋਣ ਸਰਵੇਖਣ ਜੋ ਮਰਜ਼ੀ ਜਿਹੜਾ ਜੀ ਕਹੀ ਜਾਣ, ਕਿਸੇ ਪਾਰਟੀ ਦੀ ਸਰਕਾਰ ਨਹੀਂ ਬਣਦੀ। ਮੈਂ ਤਾਂ ਇਹ ਕਹੂੰਗਾ ਇੱਕ ਪੈਰ ਹੋਰ ਗਾਂਹ ਜਾ ਕੇ ਕਿ ਸਰਕਾਰ ਹੀ ਨਹੀਂ ਬਣਦੀ ਜੀ ਜੀ, ਕਿਉਂਕਿ ਰੀਜਨਲ ਪਾਰਟੀਆਂ ਜਿਹੜੀਆਂ ਨੇ ਨਾ ਜੀ ਇਹ ਦੇਖਣਾ ਪਊਗਾ। ਇਹ ਰੀਜਨਲ ਪਾਰਟੀਆਂ ਮੀਨ ਇੱਕ ਉਹ ਪੰਜਾਬੀ ਦੀ ਕਹਾਵਤ ਹੈ ਨਾ ਕਿ ਵਣ ਦੀ ਲੱਕੜੀ, ਜਦੋਂ ਵਣ ਦੀ ਲੱਕੜੀ ਇਹਦੇ ਵਿੱਚ ਇਕੱਠੀ ਹੋ ਗਈ ਨਾ ਜੀ ਉੱਥੇ ਤਾਂ ਸਾਰੇ ਹੀ ਪ੍ਰਧਾਨ ਮੰਤਰੀ ਅਹੁਦੇ ਤੇ ਉਮੀਦਵਾਰ ਬੈਠੇ ਨੇ। ਉਹ ਚਾਹੇ ਮਮਤਾ ਬੈਨਰਜੀ ਲੈ ਲਓ, ਚਾਹੇ ਮੁਲਾਇਮ ਸਿੰਘ ਯਾਦਵ ਲੈ ਲਓ, ਚਾਹੇ ਰਾਮ ਵਿਲਾਸ ਪਾਸਵਾਨ ਲੈ ਲਓ, ਤੁਸੀਂ ਜਿੰਨੇ ਮਰਜ਼ੀ ਨਾ ਉਹ ਸਾਰੇ ਦੇ ਸਾਰੇ ਕਹਿਣਗੇ ਪ੍ਰਧਾਨ ਮੰਤਰੀ ਮੈਂ ਬਣਨਾ। ਜਾਂ ਤਾਂ ਇਹ ਹੋਵੇ ਕਿ 285 ਪ੍ਰਧਾਨ ਮੰਤਰੀ ਬਣਾ ਜਾਣ ਜੀ ਜੀ, ਬਾਕੀ ਜਿਹੜੇ ਛੱਡਦੇ ਤਾਂ ਮਿਲਗੋਭਾ ਸਰਕਾਰ ਜਿਹੜੀ ਆ ਜੀ ਉਹ ਬਣਨ ਦੇ ਚਾਂਸਸ ਹੋ ਸਕਦੇ ਨੇ। ਅਦਰਵਾਈਜ਼ ਇਹ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਰਲ ਕੇ ਸਰਕਾਰ ਬਣਾ ਲੈਣਗੀਆਂ, ਇਹਦੇ ਉੱਤੇ ਮੈਨੂੰ ਬਹੁਤ ਵੱਡਾ ਡਾਊਟ ਹੈ। ਔਰ ਜੇ ਇਹ ਖੇਤਰੀ ਪਾਰਟੀਆਂ ਜਿੰਨੀਆਂ ਸਟਰੋਂਗ ਹੋ ਰਹੀਆਂ ਨੇ ਸੈਂਟਰ ਦੇ ਵਿੱਚ, ਮੈਂ ਸਮਝਦਾ ਮੁਲਕ ਦੀ ਉਨੀ ਮੁਸੀਬਤ ਜਿਹੜੀ ਹੈ ਨਾ ਜੀ ਉਹ ਵੱਧ ਰਹੀ ਹੈ। ਖੇਤਰੀ ਪਾਰਟੀਆਂ ਜਿਹੜੀਆਂ ਨੇ ਉਹ ਆਪੋ ਆਪਣੇ ਸੂਬੇ ਦੇ ਵਿੱਚ ਸਟਰੋਂਗ ਚਾਹੀਦੀਆਂ ਨੇ। ਜੇ ਸੈਂਟਰ ਦੇ ਵਿੱਚ ਕੋਈ ਸਰਕਾਰ ਚੱਲਣੀ ਹੈ ਤਾਂ ਉਹ ਪਾਰਟੀ ਦੀ ਕਿਸੇ ਵੱਡੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਚੱਲਣੀ ਹੈ। ਕਹਿਣ ਨੂੰ ਤਾਂ ਇਹ ਸਰਵੇਖਣ ਜਿਹੜੇ ਨੇ ਉਹ ਇਹ ਵੀ ਕਹਿ ਰਹੇ ਨੇ ਹੈਰਾਨੀਜਨਕ ਤਰੀਕੇ ਦੇ ਨਾਲ ਕਿ 229 ਬੀਜੇਪੀ ਨੂੰ, 127 ਜਿਹੜੀਆਂ ਕਾਂਗਰਸ ਨੂੰ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੂੰ 0। ਜੀ ਜੀ ਜੀ, ਬਿਲਕੁਲ। ਇਹਨਾਂ ਜਿਹੜੇ ਸਰਵੇਖਣਾਂ ਦਾ ਵੀ ਜਿਹੜਾ ਪਰਦਾਫਾਸ਼ ਆ ਪਿਛਲੇ ਦਿਨਾਂ ਦੇ ਵਿੱਚ ਹੋ ਗਿਆ ਹੈ ਵੀ ਆਪਣੇ ਜਿਹੜੇ ਪਾਰਟੀ ਵੱਲ ਜਿਸ ਦਾ ਝੁਕਾਅ ਆ ਉਸ ਪਾਸੇ ਨੂੰ ਜਿਹੜਾ ਹਮੇਸ਼ਾ ਹੀ ਉਹ ਕਰਦੇ ਰਹੇ ਨੇ। ਤੇ ਬਲਤੇਜ ਪੰਨੂ ਜੀ, ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਤੁਸੀਂ ਅੱਜ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੇ ਸਰੋਤੇ ਨਾਲ ਜੁੜੇ ਇਲੈਕਸ਼ਨ ਐਕਸਪ੍ਰੈਸ ਪ੍ਰੋਗਰਾਮ ਦੇ ਵਿੱਚ, ਤੇ ਕੱਲ੍ਹ ਨੂੰ ਇੱਕ ਵਾਰੀ ਫਿਰ ਤੁਹਾਡੇ ਨਾਲ ਆਪਾਂ ਜੁੜਾਂਗੇ ਹੋਰ ਜਿਹੜੀਆਂ ਰੋਜ਼ਾਨਾ ਦੀਆਂ ਉੱਥੇ ਸਿਆਸੀ ਸਮੀਕਰਨਾਂ ਉਹਨਾਂ ਦੇ ਉੱਤੇ ਵਿਚਾਰ ਕਰਨ ਲਈ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਤੇ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਮਿਹਰਬਾਨੀ ਔਰ ਸਤਿ ਸ੍ਰੀ ਅਕਾਲ।